ਦਿਮਾਗ ਦਾ ਜਿਹੜਾ ਕੈਂਸਰ ਹੁੰਦਾ ਉਹ ਕਿਵੇਂ ਹੁੰਦਾ ਤੇ ਕਿਵੇਂ ਇਸ ਦੇ ਸ਼ੁਰੂਆਤੀ ਲੱਛਣ ਹੁੰਦੇ ਨੇ, ਕਿਵੇਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਜਾਂ ਕਿਹੜੀ ਉਹ ਸਟੇਜ ਆ ਜਦੋਂ ਅਸੀਂ ਡਾਕਟਰ ਕੋਲੇ ਫਟਾਫਟ ਜਾਈਏ ਕਿ ਕਿਤੇ ਅਸੀਂ ਇਸ ਬਿਮਾਰੀ ਨਾਲ ਤਾਂ ਨਹੀਂ ਜੂਝ ਰਹੇ। ਦਿਮਾਗ ਦੇ ਕੈਂਸਰ ਦਾ ਕੁਦਰਤ ਨੇ ਇੰਨਾ ਕੁ ਸਾਨੂੰ ਕੁਝ ਕਹਿ ਲਓ ਪੋਜ਼ਿਟਿਵਿਟੀ ਦਿੱਤੀ ਹੈ ਕਿ ਸਾਡੇ ਸਿਰਫ 1/3 ਕੈਂਸਰ ਹੀ ਨੇ, ਯਾਨੀ ਰਸੌਲੀਆਂ ਨੇ ਜਿਹੜੀਆਂ ਕੈਂਸਰ ਕਰਦੀਆਂ। ਹੁਣ ਇਹਦੇ ਚ ਗਿਣਤੀ ਵੇਖੀਏ, ਅਮਰੀਕਾ ਵਿੱਚ ਹਰ 1 ਲੱਖ ਪਿੱਛੇ 5 ਜਣਿਆਂ ਨੂੰ ਦਿਮਾਗ ਦਾ ਕੈਂਸਰ ਹੋ ਰਿਹਾ। ਜਦੋਂ ਬਹੁਤ ਨਿੱਕੀ ਹੋਵੇ, ਹਲਕੀ ਜੀ ਸਿਰ ਪੀੜ ਹੋਵੇ, ਮਾੜਾ ਜਿਹਾ ਪਾਸਾ ਸੁੰਨ ਹੋਵੇ, ਅਸੀਂ ਪਰਵਾਹ ਹੀ ਨਹੀਂ ਕਰਦੇ। ਕੈਮਿਸਟ ਵੀਰਾ ਦਹੀਂ ਦਵਾਈ, ਚੱਲ 2 ਗੋਲੀਆਂ ਖਾਈਆਂ ਠੀਕ ਹੈ, ਫਿਰ ਹਫਤੇ ਬਾਅਦ ਤੇ ਆਈ 2 ਫਿਰ ਖਾਈਆਂ ਠੀਕ ਹੈ। ਕਿਰਸ ਕਰਕੇ ਲਏ ਹੋਣ, ਬੜੇ ਚਿਰਾਂ ਬਾਅਦ ਹੋਏ ਹੁਣ। ਉਹਨਾਂ ਚੋਂ ਕਈਆਂ ਨੂੰ ਅਸੀਂ ਦੇਖਿਆ ਮੈਡੂਲੋਬਲਾਸਟੋਮਾ ਜਿਹੜਾ ਛੱਡਦਾ ਹੀ ਨਹੀਂ, ਜਾਨ ਹੀ ਲੈ ਕੇ ਜਾਂਦਾ, ਮੁੰਡਿਆਂ 'ਚ ਦਿਸਦਾ। ਡਿੱਗਦੇ ਜੇ ਮਹਿਸੂਸ ਹੋਣਾ, ਫਿਰ ਇੱਕਦਮ ਨਜ਼ਰ ਹੌਲੀ ਹੌਲੀ ਘਟਣ ਲੱਗ ਜਾਣੀ ਜਾਂ ਇੱਕ ਅੱਖ 'ਚੋਂ ਬੰਦ ਹੀ ਹੋ ਜਾਣੀ। ਇਸੇ ਤਰ੍ਹਾਂ ਸਿੱਧਾ ਨਾ ਤੁਰਿਆ ਜਾਣਾ, ਜਿਵੇਂ ਹਲਕਾ ਇਸ ਤਰ੍ਹਾਂ ਝੁਕ ਕੇ ਤੁਰਨਾ, ਯਾਦਾਸ਼ਤ ਘਟਣ ਲੱਗ ਜਾਣੀ। ਇਹ ਚੀਜ਼ਾਂ ਜਿਨ੍ਹਾਂ 'ਚ ਕਈ ਵਾਰ ਬੋਲਣ 'ਚ ਤੁਹਾਨੂੰ ਦਿੱਕਤ ਆਉਣ ਲੱਗ ਪੈਂਦੀ ਹੈ। ਕਦੇ ਕਦਾਈ ਸਿਰ ਪੀੜ ਦੇ ਨਾਲ ਜਦੋਂ ਹੌਲੀ ਹੌਲੀ ਤੁਹਾਨੂੰ ਲੱਗੇ ਵੀ ਉੱਥੇ ਇੱਕ ਵਕਤ ਥਾਂ ਜਿਵੇਂ ਖਿੱਚ ਜੀ ਆਈ ਇੱਥੇ ਜਾ ਹੋਇਆ ਜੀ, ਜਾਂ ਤੁਹਾਨੂੰ ਲੱਗਿਆ ਵੀ ਅੱਧੇ ਸਿਰ 'ਚ ਪੀੜ ਹੋਣ ਸ਼ੁਰੂ ਹੋ ਗਈ ਹੋਣੀ ਜੋ ਪਹਿਲਾਂ ਕਦੇ ਵੀ ਨਹੀਂ ਸੀ, ਜਾਂ ਪਿਛਲੇ ਹਿੱਸੇ 'ਚ ਖਾਸ ਤੌਰ ਤੇ ਇੱਥੇ ਬਹੁਤ ਪੀੜ ਹੋ ਜਾਂਦੀ ਹੈ, ਫਿਰ ਠੀਕ ਹੋ ਗਈ, ਗੋਲੀ ਲਈ ਠੀਕ ਹੋ ਗਈ, ਫਿਰ 2 ਦਿਨ ਬਾਅਦ ਰੱਤੀ ਹੋਈ। ਸ਼ੁਰੂਆਤੀ ਦੌਰ ਦੇ ਵਿੱਚ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਦੀ ਸਾਨੂੰ ਸਾਵਧਾਨੀਆਂ ਵਰਤਣ ਦੀ ਲੋੜ ਹੈ? ਕਿਹੜੀਆਂ ਚੀਜ਼ਾਂ ਨੇ ਸਾਨੂੰ ਲੱਗਦਾ ਵੀ ਇਹ ਸਾਡੇ ਸਰੀਰ 'ਚ ਕੁਝ ਨਵਾਂ ਹੋ ਰਿਹਾ, ਸਾਨੂੰ ਡਾਕਟਰ ਦੀ ਸਲਾਹ ਦੀ ਬੇਹੱਦ ਜ਼ਰੂਰੀ ਲੋੜ ਹੈ? ਕਦੇ ਧੁੰਦਲਾ, ਯਾਨੀ ਉਹ ਬੰਦਾ ਇਸ ਤਰ੍ਹਾਂ ਅੱਖਾਂ ਮਾਲ ਕੇ ਫਿਰ ਦੇਖ ਰਿਹਾ, ਇਹ ਇੰਪੋਰਟੈਂਟ ਹੈ। ਫਿਰ ਲੱਤ ਜਾਂ ਬਾਂਹ ਕੁਝ ਝਟਕੇ ਵਾਂਗ ਇਸ ਤਰ੍ਹਾਂ ਦੇ ਕੋਈ ਹਲਕੇ ਹਲਕੇ ਜਿਵੇਂ ਤੁਹਾਨੂੰ ਮਹਿਸੂਸ ਹੋਣੇ, ਉਹ ਵੀ। ਜਦੋਂ ਕਿਸੇ ਨੂੰ ਕੈਂਸਰ ਹੋਵੇ ਕਿਸੇ ਹੋਰ ਥਾਂ ਦਾ, ਉਹਦੇ ਲਈ ਰੇਡੀਓਥੈਰੇਪੀ ਕੀਤੀ ਹੋਵੇ, ਉਹਦੇ ਵਿੱਚ ਵੀ ਦਿਮਾਗ ਦੇ ਕੈਂਸਰ ਹੋਣ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਜੇ। ਸਿਗਰਟ ਨੋਸ਼ੀ, ਜਿਹਨੂੰ ਪਬਲਿਕ ਪਲੇਸ ਤੇ ਅਸੀਂ ਮਨਾ ਤਾਂ ਕਰ ਦਿੱਤਾ, ਪਰ ਰੁਕ ਨਹੀਂ ਰਹੀ, ਤਾਂ ਇਹ ਵੀ ਦਿਮਾਗ ਦੇ ਕੈਂਸਰ ਦਾ ਬਹੁਤ ਇੱਕ ਅਹਿਮ ਕਾਰਨ ਬਣਦਾ ਜਾ ਰਿਹਾ। ਇਮਿਊਨੋਥੈਰੇਪੀ ਦੱਸਣ ਲੱਗੀਆਂ, ਬੜੀ ਅਹਿਮ, ਜੋ ਜਿਸਨੇ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਈਆਂ ਜੀ। ਇਹਦੇ ਵਿੱਚ ਅਸੀਂ ਕਰਦੇ ਕੀ ਆ ਕਿ ਸਰੀਰ ਦੇ ਇਮਿਊਨ ਸਿਸਟਮ ਨੂੰ ਹੀ ਤਗੜਾ ਕਰਦੇ ਆ ਕਿ ਉਹ ਆਪ ਕੈਂਸਰ ਨਾਲ ਲੜਾਈ ਵਿੱਢ ਸਕੇ। ਇੱਕ ਜੋ ਤੁਸੀਂ ਜਿਵੇਂ ਬਚ ਗਏ ਹੋ, ਇਲਾਜ ਹੋ ਚੁੱਕਾ, ਉਸ ਤੋਂ ਬਾਅਦ ਆਮ ਤੌਰ ਤੇ ਅਸੀਂ ਸਮਝ ਲੈਂਦੇ ਹਾਂ ਬੰਦਾ ਨਕਾਰਾ ਹੋ ਗਿਆ, ਇਹਦੀ ਕੋਈ ਲੋੜ ਨਹੀਂ। ਇਹੋ ਜਿਹਾ ਕੰਮ ਨਾ ਕਰੋ, ਬਹੁਤ ਸਾਰਥਕ ਜ਼ਿੰਦਗੀ ਜੀ ਸਕਦਾ। ਤਾਂ ਮਧੁਰ ਸੰਗੀਤ ਸਾਨੂੰ ਇਸ ਕਦਰ ਦਿਮਾਗ ਨੂੰ ਜਕੜ ਕੇ ਆਪਣੇ ਵੱਲ ਲਿਜਾ ਸਕਦਾ ਕਿ ਤਿੱਖੀ ਤੋਂ ਤਿੱਖੀ ਪੀੜ ਵੀ ਸਾਨੂੰ ਘੱਟ ਹੋ ਜਾਂਦੀ ਹੈ। ਇਹਦਾ ਜ਼ਰੂਰ ਖਿਆਲ ਰੱਖੀਏ ਇਹਦੇ ਪਾਸੇ। ਇਸੇ ਤਰ੍ਹਾਂ ਯੋਗ ਧਿਆਨ ਨਾਲ ਲਾਉਣ ਨਾਲ ਕਿ ਹਾਂ ਮੈਂ ਕਿਤੇ ਹੋਰ ਮੇਰੇ ਜੇ ਪੀੜ ਹੋ ਰਹੀ ਹੈ ਤਾਂ ਮੇਰੀ ਬਰਦਾਸ਼ਤ ਦੀ ਹੱਦ ਤੈਅ ਕੀਤੀ ਜਾ ਰਹੀ ਹੈ, ਤੇ ਮੈਂ ਇਸ ਨਾਲ ਹਰ ਹਾਲਤ ਇਸ ਜੰਗ ਨਾਲ ਵਿੱਢਣਾ ਤੇ ਜਿੱਤਣਾ ਵੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ। ਇਹ ਉਹ ਪ੍ਰੋਗਰਾਮ ਹੈ ਜਿਸ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਬਹੁਤ ਸਾਰੇ ਗੰਭੀਰ ਮਸਲਿਆਂ ਤੇ, ਗੱਲਬਾਤ ਕਰਦੇ ਹਾਂ ਬਿਮਾਰੀਆਂ ਤੇ ਕਿ ਉਹਨਾਂ ਦੇ ਲੱਛਣ ਕੀ ਹੁੰਦੇ ਨੇ, ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦੇ ਲਈ ਕਿਹੜਾ ਸੰਤੁਲਿਤ ਭੋਜਨ ਹੈ ਜਿਹੜਾ ਅਸੀਂ ਖਾ ਸਕਦੇ ਹਾਂ, ਕਿਵੇਂ ਦੀ ਖੁਰਾਕ ਹੋਣੀ ਚਾਹੀਦੀ ਹੈ, ਚੰਗੇ ਸਰੀਰ ਦੇ ਲਈ ਕੀ ਕੁਝ ਬੇਹੱਦ ਜ਼ਰੂਰੀ ਹੈ। ਸੋ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਇਸ ਪ੍ਰੋਗਰਾਮ ਦੇ ਵਿੱਚ ਹੁੰਦੀਆਂ ਨੇ। ਅਜਿਹੇ ਟੌਪਿਕ ਚੱਕੇ ਜਾਂਦੇ ਨੇ, ਭਾਵੇਂ ਉਹ ਰਾਜਨੀਤਿਕ ਮਾਮਲਿਆਂ ਦੇ ਨਾਲ ਰਿਲੇਟਡ ਹੋਣ, ਧਾਰਮਿਕ ਮਾਮਲਿਆਂ ਦੇ ਨਾਲ ਰਿਲੇਟਡ ਹੋਣ ਜਾਂ ਸਮਾਜਿਕ ਮਾਮਲਿਆਂ ਦੇ ਨਾਲ ਰਿਲੇਟਡ ਹੋਣ। ਤਾਂ ਉਹਨਾਂ ਸਾਰੇ ਹੀ ਟੌਪਿਕਸ 'ਤੇ ਗੱਲਬਾਤ ਕਰਨ ਦੇ ਲਈ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਪਟਿਆਲਾ ਤੋਂ ਜੁੜਦੇ ਨੇ ਡਾਕਟਰ ਹਰਸ਼ਿੰਦਰ ਕੌਰ। ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਮੈਮ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਵੇਖ ਸਕਦੇ ਨੇ ਸਭਨਾਂ ਨੂੰ ਨਿੱਘੀ ਫਤਿਹ। ਜੀ ਬਿਲਕੁਲ। ਤੇ ਸਾਡੇ ਸਾਰੇ ਦਰਸ਼ਕ ਵੈਸੇ ਤਾਂ ਜਾਣਦੇ ਹੀ ਨੇ ਕਿ, ਪਰ ਫਿਰ ਇੱਕ ਵਾਰੀ ਮੈਂ ਵੀ ਦੱਸ ਦੇਵਾਂਗੀ ਕਿ ਕਈ ਦਰਸ਼ਕ ਨੇ ਜਿਹੜੇ ਨਵੇਂ ਜੁੜੇ ਹੁੰਦੇ ਨੇ ਕਿ ਡਾਕਟਰ ਹਰਸ਼ਿੰਦਰ ਕੌਰ ਜਿੱਥੇ ਬੱਚਿਆਂ ਦੇ ਮਾਹਿਰ ਡਾਕਟਰ ਨੇ, ਉੱਥੇ ਹੀ ਇੱਕ ਐਸੀ ਸ਼ਖਸੀਅਤ ਨੇ ਜੋ ਸਮਾਜ ਦੇ ਵਿੱਚ ਆਪਣਾ ਵੱਖਰਾ ਹੀ ਜਿਹੜਾ ਸਥਾਨ ਰੱਖਦੇ ਨੇ, ਕਿਉਂਕਿ ਔਰਤਾਂ ਦੇ ਮਸਲਿਆਂ ਨੂੰ ਲੈ ਕੇ, ਲੜਕੀਆਂ ਦੇ ਮਸਲਿਆਂ ਨੂੰ ਲੈ ਕੇ ਹੀ ਆਪਣੀ ਆਵਾਜ਼ ਚੁੱਕਦੇ ਨੇ। ਮਸਲਾ ਭਾਵੇਂ ਸਮਾਜ ਦੇ ਵਿੱਚ ਕੋਈ ਵੀ ਉਭਰਮਾ ਹੋਵੇ ਤਾਂ ਇਹ ਕਦੇ ਵੀ ਉਸ ਮਸਲੇ ਨੂੰ ਚੱਕਣ ਕਰਿਓ ਟਲਦੇ ਨਹੀਂ। ਤਾਂ ਇਹਨਾਂ ਨੂੰ ਲੱਗਦਾ ਕਿ ਨਹੀਂ, ਆਵਾਜ਼ ਬੁਲੰਦ ਕਰਨੀ ਬਣਦੀ ਹੈ। ਸ਼ਾਇਦ ਸਰਕਾਰਾਂ ਦੇ ਕੰਨਾਂ ਤੱਕ ਉਹ ਆਵਾਜ਼ ਪਹੁੰਚੇ ਤਾਂ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਭਲਾ ਹੋ ਜਾਵੇ। ਤਾਂ ਦਰਸ਼ਕ ਸਾਡੇ ਸਭ ਤੋਂ ਜ਼ਿਆਦਾ ਪਸੰਦ ਇਹਨਾਂ ਨੂੰ ਇਸ ਲਈ ਵੀ ਕਰਦੇ ਨੇ ਕਿਉਂਕਿ ਬਹੁਤ ਸਾਰੀਆਂ
ਬਿਮਾਰੀਆਂ ਤੋਂ ਜਿਹੜੇ ਦਰਸ਼ਕ ਜੂਝ ਰਹੇ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੇ ਹੱਲ ਦੱਸਦੇ ਨੇ, ਕਿਹੜੇ ਚੀਜ਼ਾਂ ਨੇ ਰਸੋਈ ਦੇ ਵਿੱਚ ਹੀ ਪਈਆਂ, ਕਿਹੜੀਆਂ ਚੀਜ਼ਾਂ ਨੇ ਜਿਸ ਨੂੰ ਅਸੀਂ ਯੂਜ਼ ਕਰ ਸਕਦੇ ਹਾਂ, ਕਿਵੇਂ ਅਸੀਂ ਜਿਹੜੇ ਤੰਦਰੁਸਤ ਆ ਉਹ ਰਹਿ ਸਕਦੇ ਹਾਂ। ਸੋ ਮੈਮ, ਅੱਜ ਤੁਸੀਂ ਦਰਸ਼ਕਾਂ ਦੇ ਲਈ ਕਿਹੜੀ ਕਹਾਣੀ ਲੈ ਕੇ ਆਏ ਹੋ? ਅੱਜ ਮੈਂ ਅਸਲ 'ਚ ਇਹ ਘਟਨਾ ਭੁੱਲ ਚੁੱਕੀ ਹੋਈ ਸਾਂ ਤੇ ਇੱਕ ਦਿਨ ਪਹਿਲਾਂ ਹੀ, ਕੱਲ ਹੀ, ਸਾਡੇ ਪੁਰਾਣੇ ਕਲਾਸ ਫੈਲੋਜ਼ ਅਸੀਂ ਜੋ ਕੁਝ ਇੰਗਲੈਂਡ ਤੋਂ, ਕੁਝ ਅਮਰੀਕਾ ਤੋਂ, ਕੁਝ ਕੈਨੇਡਾ ਤੋਂ ਅਸੀਂ ਰਲੇ, ਤਾਂ ਉਹ ਗੱਲ ਚੇਤੇ ਕਰਵਾਈ ਗਈ ਜਿਸ ਤੇ ਮੈਨੂੰ ਲੱਗਦਾ ਕਿ ਅਸੀਂ ਸ਼ਾਇਦ 1.5 ਘੰਟਾ ਰੱਜ ਕੇ ਖਿੜਖਿੜਾ ਕੇ ਹੱਸੇ। ਉਸੇ ਘਟਨਾ ਨੂੰ ਹੀ ਮੈਂ ਸਾਂਝੀ ਕਰਨਾ ਚਾਹੁੰਦੀ ਹਾਂ। ਦਰਅਸਲ ਉਹਦੇ ਵਿੱਚ ਇੱਕ ਡੂੰਘੀ ਗੱਲ ਹੋਏਗੀ ਜੋ ਮੈਂ ਉਹਦੇ 'ਚ ਸਾਂਝੀ ਕਰ ਰਹੀ ਹਾਂ, ਕਿਉਂਕਿ ਕਈ ਵਾਰ ਜਦੋਂ ਵਕਤ ਤੋਂ ਪਹਿਲਾਂ ਜਾਂ ਨਾ ਉਹ ਬੰਦਾ ਉਸ ਅਹੁਦੇ ਲਈ ਲਾਇਕ ਹੋਵੇ, ਉਹਨੂੰ ਉਸ ਅਹੁਦੇ ਤੇ ਬਿਠਾ ਦਿੱਤਾ ਜਾਂਦਾ ਹੈ, ਭਾਵੇਂ ਉਹ ਕਿਸੇ IAS ਆਫਿਸਰ ਦੇ ਜਾਣ ਪਛਾਣ ਵਿੱਚ ਹੋਏ ਜਾਂ ਉੱਪਰ ਸਿਆਸਤਦਾਨਾਂ ਦੇ ਨਾਲ ਜੁੜਿਆ ਹੋਵੇ। ਸੋ ਉਹਨੂੰ ਗਲਤ ਰਾਏ ਜਦੋਂ ਪ੍ਰਮੋਸ਼ਨਾਂ ਦੇ ਦਿੱਤੀਆਂ ਜਾਂਦੀਆਂ ਨੇ ਤਾਂ ਕੀ ਹੁੰਦਾ ਜੇ, ਮੈਂ ਉਸੇ ਬਾਰੇ ਇੱਕ ਦੱਸਣ ਲੱਗੀ ਹਾਂ। ਸਾਡੇ ਇਸੇ ਤਰ੍ਹਾਂ ਇੱਕ ਪ੍ਰੋਫੈਸਰ, ਰਜਿੰਦਰਾ ਹਸਪੀਟਲ ਦੇ ਪ੍ਰੋਫੈਸਰ ਦੀ ਗੱਲ ਕਰ ਰਹੀ ਹਾਂ ਜੀ। ਉਹ ਪ੍ਰੋਫੈਸਰ ਸਾਹਿਬਾਨ ਇਸੇ ਤਰ੍ਹਾਂ ਵਕਤ ਤੋਂ ਪਹਿਲਾਂ ਜਿਹੜੀ ਉਹ ਲਾਇਕ ਉਸ ਪੋਸਟ ਤੇ ਨਹੀਂ ਸਨ, ਬਣਾ ਦਿੱਤੇ ਗਏ ਪ੍ਰੋਫੈਸਰ ਐਂਡ ਹੈਡ। ਤੇ ਇੱਕ ਵਾਰ ਪਾਰਟੀ ਹੋਈ ਜਦੋਂ ਕਿਸੇ ਦੀ, ਤੇ ਉਹ ਰਸਗੁੱਲੇ ਰੱਖੇ ਗਏ ਉਹਦੇ ਵਿੱਚ, ਪਾਰਟੀ ਵਿੱਚ। ਇਹ ਹਸਪੀਟਲ ਦੇ ਵਿੱਚ ਹੀ, ਵਾਰਡ ਦੇ ਅੰਦਰ ਹੀ, ਉਹਨਾਂ ਦੇ ਕਮਰੇ ਵਿੱਚ ਹੀ ਪਾਰਟੀ ਰੱਖੀ ਗਈ। ਸੋ ਰਸਗੁੱਲੇ ਜਦੋਂ ਸਾਰੇ ਜਣੇ ਆਪਣਾ ਇੱਕ ਇੱਕ ਖਾ ਕੇ ਖਨੈਦਾ ਖਾਇਆ ਤੇ ਬਾਹਰ ਨਿਕਲ ਗਏ, ਤਾਂ ਬਾਕੀ ਆਮ ਤੌਰ ਤੇ ਸਾਡੇ ਹੁੰਦਾ ਇਸ ਤਰ੍ਹਾਂ ਹੀ ਹੈ ਕਿ ਜਦੋਂ ਵੀ ਕੋਈ ਪਾਰਟੀ ਹੋਵੇ ਇਸ ਤਰ੍ਹਾਂ ਦੀ, ਤਾਂ ਅਸੀਂ ਹਮੇਸ਼ਾ ਹੀ ਰੱਖਦੇ ਹਾਂ ਕਿ ਜਿਹੜੇ ਸਾਡੇ ਦਰਜਾ 4 ਮੁਲਾਜ਼ਮ ਹੁੰਦੇ ਨੇ ਉਹਨਾਂ ਲਈ, ਜਾਂ ਜਿਹੜੇ ਸਫਾਈ ਸੇਵਕ ਜੋ ਵੀ ਸਾਡੇ ਵੀਰ ਉੱਥੇ ਉਹ ਕੰਮ ਕਰਦੇ ਹੁਣ, ਉਹਨਾਂ ਲਈ ਹਮੇਸ਼ਾ ਉਹ ਹਿੱਸਾ ਰੱਖਿਆ ਜਾਂਦਾ ਕਿ ਇਹ ਲੈਣਗੇ। ਤੇ ਨੈਚੁਰਲੀ ਸਾਰੇ ਡਿਪਾਰਟਮੈਂਟ ਦੀ ਹੈ ਤਾਂ ਉਹ ਵੀ ਕਿਉਂ ਉਹਦਾ ਹਿੱਸਾ ਨਾ ਬਣਨ ਜੀ। ਹਮੇਸ਼ਾ ਤੋਂ ਇਹ ਸਾਲ ਇੰਜ ਹੀ ਤੁਰਦਾ ਰਿਹਾ। ਉਸ ਦਿਨ ਵੀ ਸਾਡੇ ਜੋ 4 ਸੀ ਕਰਮਚਾਰੀ, ਉਹਨਾਂ ਦੇ ਲਈ ਅਸੀਂ ਉਸੇ ਤਰ੍ਹਾਂ ਸਭ ਨੇ ਆਪਣਾ ਇੱਕ ਅੱਧਾ ਲੈ ਕੇ ਤੇ ਉਹ 4 ਉਹਨਾਂ ਲਈ ਰੱਖ ਦਿੱਤੇ। ਅਸੀਂ ਤੇ ਆਪਣਾ ਬਾਹਰ ਆ ਗਏ ਕੰਮਕਾਰ ਕਰਨ ਲਈ ਵਾਰਡ ਚੋਂ, ਤੇ ਸਾਨੂੰ ਤਾਂ ਉਹਦਾ ਕਦੇ ਕੋਈ ਖਿਆਲ ਵੀ ਨਹੀਂ ਸੀ ਆਉਣਾ। ਪਤਾ ਕੀ ਹੋਇਆ, ਜਦੋਂ 2 ਵਜੇ ਕਿ ਵਾਪਸ ਜਾਣ ਦਾ ਸਮਾਂ ਸੀ ਸਾਰਿਆਂ ਦਾ, ਅਸੀਂ ਕੋਰੀਡੋਰ ਚੋਂ ਜਿਵੇਂ ਸਾਰੇ ਨਿਕਲ ਰਹੇ ਸੀ, ਅੱਗੇ ਸਾਡੇ ਹੈਡ ਸਾਹਿਬ ਤੇ ਪਿੱਛੇ ਅਸੀਂ ਤਾਂ ਨਿਕਲਦੇ ਅੱਗੇ ਦਿਸਿਆ ਕਿ ਪੈਂਟ ਚੋਂ ਕੁਝ ਚੋਰਿਆ। ਹੁਣ ਬੜੀ ਔਕਵਰਡ ਦੀ ਸਿਚੁਏਸ਼ਨ ਤੁਸੀਂ ਸਮਝ ਸਕਦੇ ਹੋ ਕਿ ਅਸੀਂ ਸਟੂਡੈਂਟ, ਅਸੀਂ ਖੜੇ ਆ, ਉਹ ਵੀ ਬੀਇੰਗ ਅ ਫੀਮੇਲ, ਅਸੀਂ ਤਾਂ ਕੀ ਹੋਈ ਕੁਝ ਬੋਲਣਾ ਸੀ, ਪਰ ਬੜੀ ਅਜੀਬ ਜੀ ਸਿਚੁਏਸ਼ਨ ਸੀ। ਸਾਡੇ ਨਾਲ ਦੇ ਵੀ ਜੋ ਹੋਰ ਸਨ, ਸਾਡੇ ਕਲਾਸ ਫੈਲੋਜ਼ ਵੀ ਕੁਝ, ਤੇ ਹੋਇਆ ਇੰਜ ਕਿ ਉਹਨਾਂ ਦੇ ਨਾਲ ਜਿਹੜਾ ਦਰਜਾ 4 ਕਰਮਚਾਰੀ ਚੁੱਕ ਕੇ ਕੁਝ ਉਹਨਾਂ ਦੀਆਂ ਕਿਤਾਬਾਂ ਲੈ ਕੇ ਜਾ ਰਿਹਾ ਸੀ, ਉਹਨੇ ਹੌਲੀ ਜਿਹੀ ਉਹਨਾਂ ਦੇ ਕੰਨ 'ਚ ਖੁਸਰ ਕੀਤੀ ਕਿ ਚੌਂਦੀ ਪਈ ਜੇ, ਵਾਪਸ ਚੱਲੋ। ਸੋ ਉਹਨਾਂ ਨੇ ਉਹ ਕਿਤਾਬਾਂ ਅੱਗੇ ਆਪਣੇ ਰੱਖੀਆਂ ਤੇ ਉਹ ਇਸੇ ਤਰ੍ਹਾਂ ਵਾਪਸ ਵਾਰਡ ਵੱਲ ਨੂੰ ਤੁਰ ਗਏ ਜੀ। ਕਮਰੇ ਅੰਦਰ ਗਏ। ਹੁਣ ਅਸੀਂ ਤਾਂ, ਸਾਨੂੰ ਸੀ ਵੀ ਸ਼ਾਇਦ ਕੋਈ ਹੋਰ ਕਿਤੇ ਕੋਈ ਬਿਮਾਰੀ, ਕੋਈ ਕਮਜ਼ੋਰੀ ਸਰੀਰ ਦੀ ਇਹੋ ਜਿਹੀ ਨਾ ਹੋਏ, ਤਾਂ ਅਸੀਂ ਵੀ ਉੱਥੇ ਹੀ ਕੋਰੀਡੋਰ 'ਚ ਹੀ ਰੁਕ ਗਏ ਕਿ ਜੇ ਕੋਈ ਲੋੜ ਹੋਵੇ ਤਾਂ ਅਸੀਂ ਅਸੀਂ ਯਾਨੀ ਮਦਦ ਕਰ ਸਕਦੇ। ਤਾਂ ਉਹ ਜਦੋਂ ਵਾਰਡ ਦੇ ਅੰਦਰ, ਉਹ ਜਦੋਂ ਉਹਨਾਂ ਨੂੰ ਛੱਡ ਕੇ ਆਇਆ ਕਲਾਸ ਕੋਰ, ਸਾਡਾ ਦਰਜਾ 4 ਜਿਹੜਾ ਸਾਡੇ ਸਨ, ਉਹ ਵੀ ਬਤੌਲ ਵਸ਼ ਵੀ ਕੀ ਹੋਇਆ ਦੇਖਾਂ, ਉਹਨਾਂ ਦੇਖਿਆ ਕਿ ਉਹ ਆਪਣੀ ਪੈਂਟ ਧੋ ਰਹੇ ਸਨ ਚੰਗੀ ਤਰ੍ਹਾਂ, ਤੇ ਫਿਰ ਉਹ ਗੁਸਲਖਾਨੇ 'ਚ ਧੋ ਕੇ ਉੱਥੇ ਸੁੱਕਣੇ ਪਾਈ, ਪੱਖਾ ਤੇਜ਼ ਕੀਤਾ, ਤੇ ਫਿਰ ਉਹਨੂੰ ਜਦੋਂ ਦਰਜਾ 4 ਵਾਲੇ ਨੂੰ ਸੱਦਿਆ ਅੰਦਰ ਜੀ, ਤੇ ਉਹਨੇ ਵੇਖਿਆ ਕਿ ਲਿਫਾਫੇ ਦੇ ਵਿੱਚ ਉਹ 4 ਜੋ ਰਸਗੁੱਲੇ ਤੇ ਨਾਲ ਉਹਦਾ ਰੱਸਾ ਜਿਹੜਾ ਸੀ, ਉਹ ਉਸੇ ਤਰ੍ਹਾਂ ਹੀ, ਯਾਨੀ ਉਹਨੂੰ ਟਾਈਟ ਨਹੀਂ ਸੀ ਪੂਰਾ ਕਿਤੇ ਬੰਨਿਆ ਗਿਆ, ਤਾਂ ਉਹ ਲੀਕ ਕਰਕੇ ਜੇਬ ਵਿੱਚੋਂ ਤੇ ਉਹ ਸਾਰਾ ਅੱਗੋਂ ਦੀ ਚੋਂਦਾ ਗਿਆ। ਹੁਣ ਉਹ ਦਰਜਾ 4 ਕਰਮਚਾਰੀ ਨੂੰ ਗਾਲਾਂ ਕੱਢਣ ਕਿ ਤੈਨੂੰ ਇਹ ਕਿਹਾ ਵੀ ਸੀ ਕਿ ਕੱਸ ਕੇ ਟਾਈਟ ਕਰਕੇ ਬੰਨ, ਇਹ ਤੂੰ ਢਿੱਲਾ ਰੱਖ ਦਿੱਤਾ ਤੇ ਨਤੀਜਾ ਹੁਣ ਦੇਖ ਆ ਮੈਂ ਕੀ ਭੁਗਤ ਰਿਹਾ ਜੀ। ਹੁਣ ਅਸੀਂ ਫਿਕਰ 'ਚ ਖੜੇ ਸਾਂ ਬਾਹਰ ਵੀ ਕੋਈ
ਮੈਡੀਕਲ ਸਿਚੁਏਸ਼ਨ ਹੋਈ, ਖਰੇ ਕੀ ਹੋਇਆ ਸਾਨੂੰ ਪਤਾ ਤਾਂ ਲੱਗੇ। ਜਦੋਂ ਉਹ ਸਾਡਾ ਕਰਮਚਾਰੀ ਬਾਹਰ ਆਇਆ ਤੇ ਉਹਨੇ ਕੋਰੀਡੋਰ 'ਚ ਸਾਨੂੰ ਖੜੇ ਵੇਖਿਆ, ਹੂੰ। ਤੁਸੀਂ ਸੱਚੀ ਮੰਨ ਨਹੀਂ ਸਕਦੇ, ਜਿਵੇਂ ਉਹ ਖਿੜਖਿੜਾ ਕੇ ਹੱਸਦਾ ਉੱਥੇ ਡਿੱਗ ਹੀ ਪਿਆ ਕੋਰੀਡੋਰ 'ਚ। ਤੇ ਫਿਰ ਉਹਨੇ ਸਾਨੂੰ ਦੱਸਿਆ ਕਿ ਹੂੰ। ਭਾਈ ਜੀ ਕੁਛ ਹੋਰ ਨਾ ਸਮਝ ਲੈਣਾ, ਰਸਗੁੱਲੇ ਚੋਂਦੇ ਪਏ ਸੀ ਜੇਬ ਚੋਂ। ਸੋ ਤੁਸੀਂ ਸਮਝ ਸਕਦੇ ਹੋ ਕਿ ਕਿੱਸਾ ਕਿਸ ਤਰੀਕੇ ਜੀ। ਇਹ ਫੈਲਿਆ ਤੇ ਕਿਵੇਂ ਅਸੀਂ ਸਾਰੇ ਇੱਕ ਤੁਸੀਂ ਸੋਚ ਲਓ ਕਿ ਪੂਰੀ ਜ਼ਿੰਦਗੀ ਭਰ ਦੀ ਪੱਕੀ ਯਾਦ ਹੋ ਗਈ ਕਿ ਜੀ। ਇਸ ਕਿਸਮ ਦੇ ਵੀ ਪ੍ਰੋਫੈਸਰ ਹੋਇਆ ਕਰਦੇ ਨੇ। ਹੂੰ। ਉਹ ਵੀ ਮੈਡੀਕਲ ਕਾਲਜ ਦੇ ਵਿੱਚ, ਉਹ ਵੀ ਪ੍ਰੋਫੈਸਰ ਐਂਡ ਹੈਡ ਦੇ ਰੁਤਬੇ ਤੇ ਪਹੁੰਚੇ। ਪਰ ਹੂੰ। ਅਫਸੋਸ ਕਿ ਉਸ ਤੋਂ ਅਗਲੇ ਜੋ ਆਏ ਉਹ ਉਹਨਾਂ ਦੇ ਵੀ ਮਹਾਰਥੀ ਸਨ, ਜਿਨ੍ਹਾਂ ਨੇ ਆਪਣੀ ਵਿਦਿਆਰਥੀਆਂ ਤੋਂ, ਪੀਜੀ ਵਿਦਿਆਰਥੀਆਂ ਤੋਂ ਥਾਨ ਮੰਗਵਾਇਆ ਕਰਦੇ ਸਨ ਬਾਜ਼ਾਰੋਂ ਕਿ ਮੈਂ ਕਮੀਜ਼ ਲੈਣੀ ਹੈ ਤੇ 10 ਥਾਨ ਚੁੱਕ ਕੇ ਲਿਆਓ ਵੱਖੋ ਵੱਖਰੀਆਂ ਦੁਕਾਨਾਂ ਤੋਂ। ਸੋ ਉੱਥੇ ਆ ਕੇ ਉਹ ਫਿਰ ਉਹਨਾਂ ਨੇ ਕੱਟੇ, ਫਿਰ ਉੱਥੇ ਜਾਣੇ, ਉਹਨਾਂ ਨੂੰ ਕਮੀਜ਼ ਦਿੱਤੀ ਜਾਣੀ ਤੇ ਫਿਰ ਉਹ ਥਾਨ ਬਾਕੀ ਦੇ ਵਾਪਸ ਜਾਣੇ। ਤੇ ਕਈ ਵਾਰ ਉਹਨਾਂ ਨੇ ਕਹਿ ਦੇਣਾ ਥਾਨ ਦਾ ਥਾਨ ਹੀ ਰੱਖ ਜਾ, ਵਧੀਆ ਕਿਸਮ ਦਾ। ਸੋ ਇਸ ਹੂੰ। ਕਿਸਮ ਦੀਆਂ ਸ਼ਾਇਦ ਕਿਸੇ ਨੂੰ ਅੰਦਾਜ਼ਾ ਵੀ ਨਾ ਹੋਵੇ ਕਿ ਮੈਡੀਕਲ ਕਾਲਜ ਦੇ ਪ੍ਰੋਫੈਸਰ ਐਂਡ ਹੈਡ ਰਿਹਾ ਕੋਈ ਇਸ ਕਿਸਮ ਦੇ ਹੁੰਦੇ ਨੇ। ਯਾਨੀ ਮੇਰਾ ਕਹਿਣ ਦਾ ਭਾਵ ਸੀ ਕਿ ਮੈਨੂੰ ਸ਼ਾਇਦ ਇਹ ਚੀਜ਼ਾਂ ਕਿਤੇ ਹੇਠਲੀਆਂ ਪਰਤਾਂ 'ਚ ਦਬ ਗਈਆਂ ਸਨ। ਜਦੋਂ ਕੱਲ ਯਾਦ ਆਈਆਂ ਤਾਂ ਮੈਨੂੰ ਲੱਗਿਆ ਸਾਂਝੀਆਂ ਕਰਕੇ ਦੱਸੀਏ ਤਾਂ ਸਹੀ ਸਾਡੇ ਹੀ ਆਪਣੇ ਵੀਰਾਂ ਭੈਣਾਂ ਨੂੰ, ਕਿ ਉਹਨਾਂ ਨੂੰ ਲੱਗਦਾ ਹੁੰਦਾ ਹੈ ਕਰੀਮ ਆਫ ਦੀ ਸੁਸਾਇਟੀ, ਟੌਪ, ਤੇ ਕੀ ਅੰਦਰਲੇ ਖਾਤੇ ਇਹ ਵਾਪਰਦਾ ਤੇ ਕਿਵੇਂ ਹੁੰਦਾ ਹੈ। ਥੋੜ੍ਹੀ ਬਹੁਤ ਉਹਨਾਂ ਨੂੰ ਵੀ ਉਹਦੇ ਵਿੱਚ ਝਾਤ ਮਰਵਾ ਦਿਆਂ। ਜੀ। ਜੀ। ਜੀ ਮੈਮ, ਜ਼ਰੂਰ। ਤਾਂ ਮਤਲਬ ਗੱਲਾਂ ਉੱਥੇ ਹੀ ਆ ਜਾਂਦੀਆਂ ਨੇ ਕਿ ਬੰਦਾ ਜਿੰਨੇ ਮਰਜ਼ੀ ਉੱਚ ਅਹੁਦੇ 'ਤੇ ਜਾ ਕੇ ਬੈਠ ਜਾਵੇ, ਪਰ ਅਜਿਹੀਆਂ ਜੋ ਹਰਕਤਾਂ ਨੇ ਉਹਨਾਂ ਤੋਂ ਬੰਦਾ ਬਾਜ਼ ਨਹੀਂ ਆਉਂਦਾ। ਤਾਂ ਕਿਤੇ ਨਾ ਕਿਤੇ ਉਹ ਸਾਰੀਆਂ ਚੀਜ਼ਾਂ ਦਿਖੀ ਜਾਂਦੀਆਂ ਨੇ। ਹੁਣ ਤੁਸੀਂ ਆਪਣੇ ਸਟਾਫ ਦੇ ਲਈ ਜੋ ਰਸਗੁੱਲੇ ਉੱਥੇ ਛੱਡ ਕੇ ਆਏ, ਤਾਂ ਉਸ ਰਸਗੁੱਲਿਆਂ ਦਾ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਇੰਤਜ਼ਾਮ ਕੀਤਾ ਗਿਆ ਜਾਂ ਉਹਨੂੰ ਕਿਸ ਤਰੀਕੇ ਦੇ ਨਾਲ ਯੂਜ਼ ਕੀਤਾ ਗਿਆ? ਤਾਂ ਫਿਰ ਉਹ ਵੀ ਸਭ ਕੁਝ ਸਭ ਦੀਆਂ ਅੱਖਾਂ ਦੇ ਸਾਹਮਣੇ ਸੀ ਕਿ ਕਿਵੇਂ ਉਹ ਜੇਬ 'ਚੋਂ ਚੌਕੇ ਜਿਹੜੇ ਬਾਹਰ ਆ ਰਹੇ ਸੀ। ਤਾਂ ਕਹਿੰਦੇ ਨੇ ਕਿ ਰੱਬ ਸਭ ਨੂੰ ਦਿੰਦਾ ਹੈ, ਛੱਪੜ ਪਾੜ ਕੇ ਦਿੰਦਾ ਹੈ, ਪਰ ਜਦੋਂ ਇਨਸਾਨ ਉਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਵਰਤ ਨਾ ਸਕੇ ਤਾਂ ਉਹਦਾ ਵੀ ਕੋਈ ਫਾਇਦਾ ਨਹੀਂ। ਫਿਰ ਵੀ ਰੱਬ ਕਹਿੰਦਾ ਵੀ ਇਹ ਵੀ ਬੰਦਾ ਕਾਸੇ ਜੋਗਾ ਨਹੀਂ ਹੈ, ਹੈ ਨਾ। ਤਾਂ ਆਪਣੀ ਖੁਸ਼ੀ ਨੂੰ ਸਾਰਿਆਂ ਦੇ ਨਾਲ ਸਾਂਝਾ ਕਰਨਾ, ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਸਭ ਦੇ ਨਾਲ ਸਾਂਝਾ ਕਰਨਾ, ਤਾਂ ਉਹਦੇ ਵਿੱਚ ਬੜੀ ਖੁਸ਼ੀ ਮਿਲਦੀ ਆ। ਪਰ ਉਹੀ 2-4 ਚੀਜ਼ਾਂ ਨੂੰ ਜਿਸ ਤੋਂ ਤੁਸੀਂ ਸਮੇਟ ਲੈਂਦੇ ਹੋ ਕਿ ਉਹ ਵੀ ਮੈਂ ਆਪਣੇ ਕੁੰਡਲੀ ਮਾਰ ਕੇ ਆਪਣੇ ਘਰ ਨੂੰ ਵਾਪਸ ਲੈ ਜਾਵਾਂ ਜਾਂ ਰਾਹ ਦੇ ਵਿੱਚ ਜਾਂਦਾ ਜਾਂਦਾ ਖਾ ਲਵਾਂਗਾ, ਤਾਂ ਅਜਿਹੀਆਂ ਹਾਸੋਹੀਣੀਆਂ ਚੀਜ਼ਾਂ ਜ਼ਰੂਰ ਹੁੰਦੀਆਂ ਨੇ। ਪਰ ਕਿਤੇ ਨਾ ਕਿਤੇ ਉਹ ਬਹੁਤ ਵੱਡੇ ਸਵਾਲ ਜਿਹੜੇ ਛੱਡ ਜਾਂਦੇ ਨੇ ਵੀ ਜਿਹੜਾ ਇਨਸਾਨ ਇੱਕ ਹੈੱਡ ਹੋਣ ਦੇ ਨਾਤੇ, ਇੱਕ ਡਾਕਟਰ ਵੀ ਆ, ਇੱਕ ਕਿਸੇ ਸੰਸਥਾ ਦਾ ਹੈੱਡ ਵੀ ਹੈ, ਤਾਂ ਜਦੋਂ ਉਹ ਅਜਿਹੀਆਂ ਹਰਕਤਾਂ ਕਰੇਗਾ ਤਾਂ ਅਸੀਂ ਕਿਵੇਂ ਸਮਝ ਸਕਦੇ ਹਾਂ ਕਿ ਉਹ ਬੰਦਾ ਬਾਕੀ ਜਿਵੇਂ ਆਪਾਂ ਕਹਿੰਦੇ ਵੀ ਘਪਲੇ ਹੁੰਦੇ ਨੇ ਹਸਪਤਾਲਾਂ ਦੇ ਵਿੱਚ, ਦਵਾਈਆਂ ਦੇ ਵਿੱਚ ਘਪਲੇ ਹੁੰਦੇ ਨੇ, ਵੱਡੇ ਵੱਡੇ ਘਪਲੇ ਹੁੰਦੇ ਨੇ, ਤਾਂ ਉਹਨਾਂ ਦੇ ਵਿੱਚ ਉਹ ਬੰਦਾ ਆਪਣੀ ਸ਼ਮੂਲੀਅਤ ਕਿਉਂ ਨਹੀਂ ਕਰੇਗਾ? ਜਾਂ ਮੈਂ ਗਲਤ ਹਾਂ? ਬਿਲਕੁਲ ਸਹੀ ਕਹਿੰਦੇ ਹੋ, ਕੁੱਤਾ ਰਾਜ ਬਹਾਲੀਏ ਫਿਰ ਚੱਕੀ ਛੱਟੇ। ਤੁਸੀਂ ਤੇ ਮੈਂ ਤਾਂ ਕਿਹਾ ਨਹੀਂ, ਪਰ ਵਾਕਈ ਜੇ ਸਹੀ ਬੰਦਾ ਨਾ ਬਿਠਾਇਆ ਜਾਏ ਤੇ ਕੀ ਕਹਿਰ ਢਾ ਦਿੰਦਾ ਹੈ। ਨਵਦੀਪ ਜੀ, ਮੈਂ ਅਜਿਹੇ ਹੈੱਡ ਦੇ ਥੱਲੇ ਵੀ ਇੱਥੇ ਕੰਮ ਕਰ ਚੁੱਕੀ ਹਾਂ, ਤੁਸੀਂ ਜੀ। ਹੈਰਾਨ ਹੋਵੋਗੇ, ਜਿਸ ਬਾਰੇ ਮੈਂ ਨਾਮ ਤੇ ਬਿਲਕੁਲ ਉੱਕਾ ਹੀ ਕਿਸੇ ਨੂੰ ਦਾ ਨਹੀਂ ਲੈਣਾ, ਪਰ ਉਹਦੇ ਬਾਰੇ ਇੱਕ ਇੱਕ ਬੰਦਾ ਹਸਪਤਾਲ ਦੇ ਆਸ-ਪਾਸ ਵਾਲਾ ਵੀ ਜਾਣਦਾ ਜੇ ਕਿ ਕਿਸ ਤਰੀਕੇ ਪੂਰੀਆਂ ਇੱਕ ਪੱਤਾ ਗੋਲੀਆਂ ਦਾ ਨਸ਼ੇ ਦੀਆਂ ਦਾ ਉਹ ਖਾ ਕੇ ਤੇ ਕਿਵੇਂ ਆਊਟਡੋਰ ਵਿੱਚ ਬੈਠ ਕੇ ਉਹ ਬੱਚਿਆਂ ਨੂੰ ਚੈੱਕ ਕਰਦੇ ਸਨ। ਤੇ ਵੱਡਾ ਫਿਰ ਕੌਫੀ ਦਾ ਪੂਰਾ ਗਿਲਾਸ ਸਟੀਲ ਦਾ ਲੈ ਕੇ ਫਿਰ ਪੀਣਾ ਕਿ ਕਿਤੇ ਬਹੁਤ ਜ਼ਿਆਦਾ ਨਸ਼ੇ ਨਾਲ ਡਿੱਗ ਨਾ ਜਾਣ। ਉਸ ਦੇ ਬਾਵਜੂਦ ਕਈ ਵਾਰ ਹੋਇਆ ਕਿ ਉਹ ਡਿੱਗ ਵੀ ਗਏ ਤੇ ਉਹਨਾਂ ਨੂੰ ਲਿਟਰਲੀ ਅਸੀਂ ਸਾਡੇ ਪੀਜੀ ਵਿਦਿਆਰਥੀ ਚੁੱਕ ਕੇ ਉਹਨਾਂ ਨੂੰ ਲਾਸ਼ ਵਾਂਗ ਜਿਵੇਂ ਘਰ ਤੱਕ ਛੱਡ ਕੇ ਆਉਂਦੇ ਸਨ, ਕਾਰ ਦੇ ਵਿੱਚ ਪਾ ਕੇ। ਤੇ ਜੀ। ਉਹਨਾਂ ਦੀ ਆਮ ਹੀ ਪਰਚੀ ਤੇ ਐਲਪ੍ਰੈਕਸ ਦੀ ਗੋਲੀ ਇੱਕ ਨਵ ਜੰਮੇ ਬੱਚੇ ਨੂੰ ਵੀ, ਕਿਉਂਕਿ ਉਹ ਆਪ ਹੀ ਪੱਤਿਆਂ ਦੇ ਪੱਤੇ ਰੋਜ਼ ਖਾਂਦੇ ਸਨ, ਐਲਪ੍ਰੈਕਸ ਦੀ ਗੋਲੀ ਲਿਖ ਕੇ ਨਵ ਜੰਮੇ ਬੱਚੇ ਨੂੰ ਲਿਖ ਦਿੰਦੇ ਸਨ। ਤੇ ਫਿਰ ਬਾਹਰੋਂ ਕੈਮਿਸਟ ਹੀ ਸਾਡੇ ਵੀਰ ਜੋ ਵਿਚਾਰੇ ਘਬਰਾਹਟ ਦੇ ਮਾਰੇ ਅੰਦਰ ਆਣਾ ਵੀ ਇਹ ਇੱਥੇ ਕਿੱਥੇ ਦਿਖਾਣ ਚਲੇ ਗਏ, ਤੁਸੀਂ ਆਓ ਦੂਸਰਿਆਂ ਨੂੰ ਦਿਖਾਉਂਦੇ ਆ, ਤੇ ਬੇਨਤੀ ਕਰਨੀ ਜੀ ਆ ਦੇਖੋ ਮਰ ਜਾਏਗਾ ਬੱਚਾ, ਜ਼ਰਾ ਦੇਖੋ। ਕਹਿਣ ਦਾ ਭਾਵ ਇਹ ਸੀ ਕਿ ਮੈਂ ਕਿਸੇ ਦੀ ਕੋਈ ਬਦਖੋਈ ਨਹੀਂ ਕਰਨਾ ਚਾਹੁੰਦੀ। ਇਹ ਜੀ। ਗੱਲਾਂ ਕੱਲ ਉਗੜੀਆਂ ਤਾਂ ਮੇਰਾ ਚਿੱਤ ਕੀਤਾ ਕਿ ਅਸੀਂ ਸਿਰਫ ਕਈ ਵਾਰ ਪ੍ਰੋਫੈਸਰ ਐਂਡ ਹੈਡ ਵੇਖ ਕੇ ਤੁਰ ਤਾਂ ਜਾਂਦੇ ਹਾਂ, ਹੂੰ। ਅੰਦਾਜ਼ਾ ਨਹੀਂ ਹੁੰਦਾ ਕਿ ਕੋਈ ਸੱਚਮੁੱਚ ਲਿਆਕਤ ਨਾਲ ਉੱਥੇ ਪਹੁੰਚਿਆ, ਕਿਉਂਕਿ ਅੱਜ ਕੱਲ ਉਹ ਸਿਸਟਮ ਹੀ ਨਹੀਂ ਰਿਹਾ ਕਿ ਕੋਈ
ਵਾਕਈ ਜਿਹੜਾ ਸੀਨੀਅਰ ਮੋਸਟ ਹੈ ਉਹਨੇ ਪਹੁੰਚਣਾ। ਇਹੋ ਜਿਹਾ ਸਿਸਟਮ ਖਤਮ ਹੋ ਚੁੱਕਾ ਹੈ ਪੰਜਾਬ ਵਿੱਚ, ਖਾਸ ਤੌਰ ਤੇ। ਬਾਹਰ ਤੇ ਅਜੇ ਵੀ ਚੱਲਦਾ ਹੈ, ਜੀ ਹਰਿਆਣੇ 'ਚ ਨਹੀਂ ਇਹੋ ਜਿਹੀ ਚੀਜ਼, ਹਿਮਾਚਲ 'ਚ ਨਹੀਂ, ਪਰ ਪੰਜਾਬ ਵਿੱਚ ਕੁਝ ਇਹੋ ਜਿਹਾ ਹੀ ਸਿਸਟਮ ਚੱਲਦਾ ਹੈ, ਜਿੱਥੇ ਅਸੀਂ ਬਹੁਤ ਸਾਰੇ ਮੇਰੇ ਵਰਗੇ ਵੀ ਬਥੇਰੇ ਢੇਰ ਹੋਣਗੇ ਕਿ ਪ੍ਰੋਫੈਸਰ ਤੇ ਮੁਖੀ ਦੇ ਵੱਲ ਅਸੀਂ ਪਹੁੰਚ ਰਹੇ ਹਾਂ, ਪਰ ਅੰਦਾਜ਼ਾ ਨਹੀਂ ਹੁੰਦਾ ਕਿ ਉਹ ਕਿਸ ਤਰੀਕੇ ਦਾ ਉੱਥੇ ਬੰਦਾ ਬੈਠਾ ਹੈ ਤੇ ਕਿਵੇਂ ਉਹ ਜ਼ਿੰਦਗੀਆਂ ਨਾਲ ਖੇਡ ਰਿਹਾ ਹੈ। ਇਹ ਸ਼ਾਇਦ ਜੇ ਸਾਡੇ ਸਿਆਸਤਦਾਨਾਂ ਨੂੰ ਸਮਝ ਆ ਜਾਏ ਕਿ ਸਿਰਫ ਇੱਕ ਜਾਣ ਪਛਾਣ ਦੀ ਜੋ ਪ੍ਰਮੋਸ਼ਨ ਕਰਕੇ ਤੁਸੀਂ ਬਿਠਾ ਦਿੰਦੇ ਹੋ ਕਿਸੇ ਨੂੰ ਸਹੁਦੇ ਤੇ, ਉਹਦੇ ਨਾਲ ਇੱਕ ਜ਼ਿੰਦਗੀ ਜੁੜੀ ਹੁੰਦੀ ਜੇ, ਤੇ ਇੱਕ ਨਹੀਂ ਖਰੇ ਕਿੰਨੀਆਂ ਜਿਨ੍ਹਾਂ ਨੇ ਉਹਨਾਂ ਦੀ ਇਸ ਹਾਲਤ ਦੇ ਵਿੱਚ ਗਲਤ ਲਈ ਦਵਾਈ, ਜਿਹਨੇ ਜਾਨੋਂ ਮਾਰ ਮੁਕਾਉਣਾ, ਇਹਦਾ ਸ਼ਾਇਦ ਕਿਸੇ ਨੂੰ ਅੰਦਾਜ਼ਾ ਵੀ ਨਹੀਂ। ਪਰ ਇਹਦੇ ਵਿੱਚ ਗੱਲ ਇਹ ਹੈ ਕਿ ਅਸੀਂ ਆਪ ਹੀ ਬ੍ਰੇਨ ਡਰੇਨ ਕਰ ਰਹੇ ਹਾਂ। ਧਿਆਨ ਕਰੀਏ ਨਾ, ਕਿਉਂਕਿ ਅੱਜ ਗੱਲ ਦਿਮਾਗ ਦੇ ਕੈਂਸਰ ਦੀ ਕਰਨੀ ਹੈ, ਸੋ ਦਿਮਾਗ ਦੇ ਕੈਂਸਰ ਤੋਂ ਹੀ ਸ਼ੁਰੂ ਤੋਂ ਪਹਿਲਾਂ ਹੀ ਕਹਿ ਰਹੀ ਹਾਂ ਕਿ ਅਸੀਂ ਦਿਮਾਗ ਛੱਡੇ ਹੀ ਕਿੱਥੇ ਨੇ। ਕਿਉਂਕਿ ਜਿਹੜੇ ਵੀ ਕੋਈ ਥੋੜੇ ਬਹੁਤ ਲੱਗਦਾ ਹੈ ਕਿ ਹਾਂ ਸਿਰ ਕੱਢ ਨਿਕਲਣ ਲੱਗੇ ਨੇ, ਤਾਂ ਉਹਨਾਂ ਨੂੰ ਦਬਾਉਣਾ ਸਾਡਾ ਪਹਿਲਾ ਸੁਭਾਅ ਬਣ ਚੁੱਕਿਆ ਕਿ ਅਗਾਂਹ ਕਿਵੇਂ ਲੰਘ ਰਿਹਾ, ਇਹਨੂੰ ਥੱਲੇ ਖਿੱਚੋ, ਇਹਦੇ ਚ ਊਣਤਾਈਆਂ ਲੱਭੋ, ਇਹਨੂੰ ਕਹਿ ਦਿਓ ਕੁਛ ਨਾ ਕੁਛ ਉਹਦੇ ਵਿਰੁੱਧ, ਮੋਰਚਾ ਖੋਲ ਦਿਓ ਇਹਨਾਂ ਦੇ ਖਿਲਾਫ। ਸੋ ਇਹ ਚੀਜ਼ਾਂ ਸਾਡੇ ਬਹੁਤ ਆਮ ਦਿਸਣ ਲੱਗ ਗਈਆਂ ਵਿਦਿਅਕ ਅਦਾਰਿਆਂ ਦੇ ਵਿੱਚ। ਜਦੋਂ ਇਹੋ ਜਿਹੀ ਚੀਜ਼ ਵੜ ਜਾਏ ਤਾਂ ਸਾਡੇ ਬੱਚੇ ਦੇਖਦੇ ਨੇ ਕਿ ਕੀ ਚੀਜ਼ਾਂ ਚੱਲ ਰਹੀਆਂ ਨੇ, ਕਿਵੇਂ ਕੋਈ ਲਿਆਕਤ ਵਾਲਾ ਬੰਦਾ ਪਿਛਾਂਹ ਧੱਕਿਆ ਜਾ ਰਿਹਾ। ਸੋ ਉਹਨਾਂ ਨੂੰ ਦਿਸਦਾ ਕਿ ਸਾਡੇ ਨਾਲ ਵੀ ਇਹੋ ਹੋਣਾ। ਕਾਰਨ ਸਾਡੇ ਸਾਹਮਣੇ ਆ ਕਿ ਢੇਰਾਂ ਦੇ ਢੇਰ ਸਾਡੇ ਬੱਚੇ ਕਿਵੇਂ ਵਤਨੋਂ ਪਾਰ, ਮਾੜਾ ਜਿਹਾ ਜਿਹੜਾ ਐਕਸੈਲ ਕਰਦਾ ਹੈ ਉਹਨੂੰ ਲੱਗਦਾ ਹੈ ਕਿ ਉੱਥੇ ਮੇਰੀ ਵਾਕਈ ਪੁੱਛ ਹੋਏਗੀ, ਤੇ ਹੁੰਦੀ ਵੀ ਹੈ। ਕਿਉਂਕਿ ਬਾਹਰਲੇ ਮੁਲਕਾਂ ਵਿੱਚ ਸਿਰਫ ਲਿਆਕਤ ਦੀ ਪੁੱਛ ਜੇ, ਉਹ ਭਾਵੇਂ ਤੁਸੀਂ 35 ਸਾਲ ਗਵਾ ਕੇ ਕੁਝ ਨਾ ਕੀਤਾ ਹੋਏ ਤੇ ਭਾਵੇਂ 1 ਸਾਲ ਦੇ ਵਿੱਚ ਤੁਸੀਂ ਕਰ ਚੁੱਕੇ ਹੋਵੋ, ਤੁਹਾਨੂੰ ਅਹੁਦਾ ਜੇ ਦਿੱਤਾ ਜਾਂਦਾ ਤੁਹਾਡੀ ਲਿਆਕਤ ਦੇ ਅਨੁਸਾਰ, ਉਸੇ ਦੀ ਹੀ ਤੁਹਾਡੀ ਸਿਫਤ ਵੀ ਹੁੰਦੀ ਹੈ, ਤੇ ਉਸੇ ਦੇ ਹਿਸਾਬ ਨਾਲ ਤੁਹਾਨੂੰ ਪੈਸੇ ਵੀ ਦਿੱਤੇ ਜਾਂਦੇ। ਜੀ ਜੀ ਬਿਲਕੁਲ ਮੈਮ। ਤਾਂ ਜਿਵੇਂ ਤੁਸੀਂ ਖੁਦ ਹੀ ਦਰਸ਼ਕਾਂ ਨੂੰ ਦੱਸ ਦਿੱਤਾ ਹੈ, ਪਰ ਇੱਕ ਵਾਰੀ ਫਿਰ ਵੀ ਮੈਂ ਵੀ ਦੱਸ ਦਿੰਦੀ ਹਾਂ ਕਿ ਅੱਜ ਦਿਮਾਗ ਦੇ ਕੈਂਸਰ ਬਾਰੇ ਗੱਲਬਾਤ ਹੋਵੇਗੀ। ਤਾਂ ਸ਼ੁਰੂ ਦੇ ਵਿੱਚ ਹੀ ਆਪਾਂ ਮੈਮ ਤੋਂ ਸਭ ਤੋਂ ਪਹਿਲਾਂ ਇਹੀ ਸਵਾਲ ਪੁੱਛਾਂਗੇ ਕਿ ਮੈਮ ਆਖਿਰਕਾਰ ਦਿਮਾਗ ਦਾ ਜੋ ਕੈਂਸਰ ਹੁੰਦਾ ਉਸਦੇ ਸ਼ੁਰੂਆਤੀ ਲੱਛਣ ਕੀ ਹੁੰਦੇ ਨੇ? ਕਿਵੇਂ ਪਤਾ ਲੱਗੇ ਕਿ ਹਾਂ ਕਿ ਅਸੀਂ ਇਸ ਭਿਆਨਕ ਬਿਮਾਰੀ ਦੇ ਸ਼ਿਕਾਰ ਹੁੰਦੇ ਜਾ ਰਹੇ ਹਾਂ? ਕਿਉਂਕਿ ਕੈਂਸਰ ਵਰਗੀ ਨੌਮਰਾਦ ਬਿਮਾਰੀ ਅੱਜ ਹਰ ਘਰ ਦੇ ਵਿੱਚ ਹੈ। ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਮੈਂਬਰ ਅਜਿਹਾ ਹੁੰਦਾ ਹੈ ਜੋ ਕਿਸੇ ਨਾ ਕਿਸੇ ਕੈਂਸਰ ਦਾ ਸ਼ਿਕਾਰ ਹੈ, ਜ਼ਰੂਰ ਹੁੰਦਾ ਹੈ। ਅਤੇ ਇਹ ਕੈਂਸਰ ਲਫ਼ਜ਼ ਹੀ ਐਸਾ ਹੈ ਕਿ ਜਿਸ ਨੂੰ ਦੇਖ ਕੇ ਰੂਹ ਕੰਬ ਜਾਂਦੀ ਹੈ। ਜੇ ਐਵੇਂ ਲੱਗਦਾ ਵੀ ਕੈਂਸਰ ਹੋ ਗਿਆ ਤਾਂ ਮਤਲਬ ਕਿ ਆਟੋਮੈਟਿਕ ਇਸ ਅੰਦਾਜ਼ਾ ਲਾ ਦਿੰਦੇ ਹਾਂ ਵੀ ਬਸ ਬੰਦਾ ਖਤਮ ਹੈ। ਕਿਹੜੀ ਸਟੇਜ ਆ, ਕਿਵੇਂ ਆ, ਕੁਝ ਵੀ ਪਤਾ ਨਹੀਂ ਲੱਗਦਾ, ਕਿਉਂਕਿ ਪਤਾ ਹੀ ਅਖੀਰ ਦੇ ਵਿੱਚ ਲੱਗਦਾ ਹੈ ਕਿ ਅੱਛਾ ਇਸ ਨੂੰ ਕੈਂਸਰ ਸੀ। ਸੋ ਦਿਮਾਗ ਦਾ ਜਿਹੜਾ ਕੈਂਸਰ ਹੁੰਦਾ ਉਹ ਕਿਵੇਂ ਹੁੰਦਾ ਤੇ ਕਿਵੇਂ ਇਸ ਦੇ ਸ਼ੁਰੂਆਤੀ ਲੱਛਣ ਹੁੰਦੇ ਨੇ? ਕਿਵੇਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ, ਜਾਂ ਕਿਹੜੀ ਉਹ ਸਟੇਜ ਹੈ ਜਦੋਂ ਅਸੀਂ ਡਾਕਟਰ ਕੋਲੇ ਫਟਾਫਟ ਜਾਈਏ ਕਿ ਕਿਤੇ ਅਸੀਂ ਇਸ ਬਿਮਾਰੀ ਨਾਲ ਤਾਂ ਨਹੀਂ ਜੂਝ ਰਹੇ? ਜੀ ਬਿਲਕੁਲ, ਤੁਸੀਂ ਬੜੀ ਅਹਿਮ ਜੀ ਗੱਲ ਪੁੱਛੀ ਹੈ, ਕਿਉਂਕਿ ਕੈਂਸਰ ਤਾਂ ਹੁਣ ਇਹ ਸ਼ਬਦ ਅਜਿਹਾ ਹੈ ਕੋਈ ਵਿਰਲਾ ਹੀ ਹੋਣਾ ਜਿਹਨੇ ਨਾ ਸੁਣਿਆ ਹੋਵੇ ਤੇ ਜਿਹਦੇ ਆਸ-ਪਾਸੇ ਨਾ ਵਾਪਰਿਆ ਹੋਵੇ। ਜੀ। ਦਿਮਾਗ ਦੇ ਕੈਂਸਰ ਦਾ ਕੁਦਰਤ ਨੇ ਇੰਨਾ ਕੁ ਸਾਨੂੰ ਕੁਛ ਕਹਿ ਲਓ ਪੋਜ਼ਿਟਿਵਿਟੀ ਦਿੱਤੀ ਹੈ ਕਿ ਸਾਡੇ ਸਿਰਫ 1/3 ਕੈਂਸਰ ਹੀ ਨੇ, ਯਾਨੀ ਰਸੌਲੀਆਂ ਨੇ ਜਿਹੜੀਆਂ ਕੈਂਸਰ ਕਰਦੀਆਂ। ਬਾਕੀ ਜਿਹੜੀਆਂ ਰਸੌਲੀਆਂ ਨੇ ਉਹ ਕੈਂਸਰ ਹੁੰਦੀਆਂ ਨਹੀਂ, ਉਹ ਯਾਨੀ ਦੂਜੇ ਕਿਸਮ ਦੀਆਂ ਰਸੌਲੀਆਂ ਜਿਨ੍ਹਾਂ ਦਾ ਇਲਾਜ ਹੋ ਸਕਦਾ। ਜੀ। ਹੁਣ ਇਹਦੇ ਚ ਗਿਣਤੀ ਵੇਖੀਏ, ਅਮਰੀਕਾ ਵਿੱਚ ਹਰ 1 ਲੱਖ ਪਿੱਛੇ 5 ਜਣਿਆਂ ਨੂੰ ਦਿਮਾਗ ਦਾ ਕੈਂਸਰ ਹੋ ਰਿਹਾ। ਇਸੇ ਤਰ੍ਹਾਂ ਜੇ ਅਸੀਂ 15 ਸਾਲ ਤੋਂ ਛੋਟੇ ਬੱਚਿਆਂ ਦੇ ਵੇਖੀਏ ਤਾਂ ਹਰ ਸਾਲ 4100 ਬੱਚੇ ਤਾਂ ਇਕੱਲੇ ਅਮਰੀਕਾ ਵਿੱਚ ਲੱਭ ਰਹੇ ਨੇ। ਭਾਰਤ ਵਿੱਚ ਇਹ ਗਿਣਤੀ ਲਗਭਗ ਇਸ ਤੋਂ ਥੋੜੀ ਕੁ ਵੱਧ ਹੀ ਨਜ਼ਰ ਆ ਰਹੀ ਹੈ। ਕਾਰਨ ਬੜੇ ਅਹਿਮ ਨੇ, ਜਿਵੇਂ ਤੁਸੀਂ ਪੁੱਛਿਆ ਨਾ, ਤੋਂ ਪਹਿਲਾਂ ਥੋੜਾ ਜਿਹਾ ਦੱਸ ਦਿਆਂ। ਦਿਮਾਗ 'ਚ ਬਹੁਤ ਸਾਰੀਆਂ ਚੀਜ਼ਾਂ ਨੇ, ਜਿਵੇਂ ਇੱਕ ਦਿਮਾਗ ਨੂੰ ਕੱਜਦੀ ਪਰਤ ਹੈ, ਫਿਰ ਉਹਦੇ ਅੰਦਰ ਲਹੂ ਦੀਆਂ ਨਾੜੀਆਂ ਨੇ, ਉਹਨਾਂ ਵਿੱਚ ਨਸਾਂ ਨਿਕਲਦੀਆਂ ਨੇ, ਉਹ ਸਾਰਿਆਂ ਦੇ ਅਲੱਗ-ਅਲੱਗ ਹਿੱਸਿਆਂ ਤੋਂ ਰਸੌਲੀਆਂ ਪੈਦਾ ਹੋ ਸਕਦੀਆਂ ਨੇ। ਮੈਨਿੰਜੀਓਮਾ ਯਾਨੀ ਇੱਕ ਮੈਨਿੰਜਸ ਪਰਤ ਜੇ ਸਾਡੇ ਦਿਮਾਗ ਨੂੰ ਕੱਜਦੀ, ਸੋ ਉਸ ਦਾ ਵੀ ਉਹ ਰਸੌਲੀ ਜ਼ਿਆਦਾਤਰ ਤਾਂ ਕੈਂਸਰ ਨਹੀਂ ਹੁੰਦੀ, ਪਰ ਬਣ ਵੀ ਸਕਦੀ ਹੈ। ਇਸੇ ਤਰ੍ਹਾਂ ਕੁਝ ਨਸਾਂ ਜਿਵੇਂ ਆ ਕੰਨ ਦੇ ਕੋਲੋਂ ਦੀ ਨਿਕਲਦੀਆਂ ਹੋਣ, ਅਕਾਊਸਟਿਕ ਨਿਰੋਮਾ ਜਿਵੇਂ ਉਹਨੂੰ ਸਾਡੀ ਸੁਣਨ ਦੀ ਨਸ ਤੋਂ ਬਣ ਜਾਂਦਾ ਹੈ। ਇਸੇ ਤਰ੍ਹਾਂ ਦਿਮਾਗ ਦੇ ਵੱਖੋ ਵੱਖਰੇ ਹਿੱਸਿਆਂ 'ਚ ਉੱਠੀਆਂ ਰਸੌਲੀਆਂ ਨਾ ਸਿਰਫ ਆਪ ਮਾੜਾ ਅਸਰ ਵਿਖਾਉਂਦੀਆਂ ਨੇ,
ਜੀ। ਬਲਕਿ ਉਹ ਆਲੇ ਦੁਆਲੇ ਦੀ ਥਾਂ ਨੂੰ ਦੱਬ ਕੇ, ਜਿਵੇਂ ਦਿਮਾਗ ਦਾ ਹਿੱਸਾ ਦੱਬ ਦਿੱਤਾ, ਲਹੂ ਦੀਆਂ ਨਾੜੀਆਂ ਦੱਬ ਦਿੱਤੀਆਂ, ਉਹਦਾ ਦਬਾਅ ਵੱਧ ਗਿਆ, ਕਿਸੇ ਹੂੰ। ਨਸ ਨੂੰ ਦੱਬ ਦਿੱਤਾ, ਉਸ ਪਾਸੇ ਦੀ ਕਮਜ਼ੋਰੀ ਹੋ ਜਾਣੀ। ਯਾਨੀ ਬਹੁਤ ਕੁਝ ਅਜਿਹੇ ਲੱਛਣ ਆ ਜਾਂਦੇ ਨੇ ਜਦੋਂ ਉਹ ਵੱਡੀਆਂ ਹੁੰਦੀਆਂ ਨੇ। ਮੁਸੀਬਤ ਇਹ ਹੈ, ਜਦੋਂ ਬਹੁਤ ਨਿੱਕੀ ਹੋਵੇ, ਹਲਕੀ ਜਿਹੀ ਸਿਰ ਪੀੜ ਹੋਵੇ, ਮਾੜਾ ਜਿਹਾ ਪਾਸਾ ਸੁੰਨ ਹੋਵੇ, ਅਸੀਂ ਪਰਵਾਹ ਹੀ ਨਹੀਂ ਕਰਦੇ। ਕੈਮਿਸਟ ਵੀਰਾ ਦਹੀਂ ਦਵਾਈ, ਚੱਲ ਜੀ। 2 ਗੋਲੀਆਂ ਖਾਈਆਂ ਠੀਕ ਹੈ, ਫਿਰ ਹਫ਼ਤੇ ਬਾਅਦ ਦਹੀਂ 2 ਫਿਰ ਖਾਈਆਂ ਠੀਕ ਹੈ। ਪਰ ਇਹ ਇੱਥੇ ਤੱਕ ਰੁਕਦੇ ਨਹੀਂ, ਇਹ ਹੌਲੀ-ਹੌਲੀ ਜੇ ਫੈਲ ਜਾਣ ਤਾਂ ਰੀੜ੍ਹ ਦੀ ਹੱਡੀ ਨੂੰ ਵੀ, ਯਾਨੀ ਇੱਥੋਂ ਸ਼ੁਰੂ ਹੋ ਕੇ ਹੇਠਾਂ ਤੱਕ ਰੀੜ੍ਹ ਦੀ ਹੱਡੀ ਨੂੰ ਵੀ ਜਕੜ ਲੈਂਦੇ। ਹੂੰ। ਸੋ ਇਹਨਾਂ ਦੇ ਵੱਖੋ ਵੱਖਰੇ ਜੋ ਲੱਛਣ, ਉਹ ਜੋ ਅਸੀਂ ਜਿਨ੍ਹਾਂ ਵੱਲ ਤਵੱਜੋ ਹੀ ਨਹੀਂ ਦਿੰਦੇ। ਕੁਝ ਕੁ ਨੇ ਜਿਹੜੇ ਕੈਂਸਰ ਕੁੜੀਆਂ 'ਚ ਵੱਧ ਹੁੰਦੇ ਨੇ, ਕੁਝ ਮੁੰਡਿਆਂ 'ਚ ਵੱਧ ਹੁੰਦੇ ਨੇ। ਮਿਸਾਲ ਵਜੋਂ ਜਿਹੜੇ ਬਹੁਤ ਜ਼ਹਿਰੀ ਕੈਂਸਰ ਹੁੰਦੇ ਨੇ, ਜਿਨ੍ਹਾਂ 'ਚੋਂ ਕੁਝ ਐਪਨਡਾਈਮੋਮਾ ਹੋ ਗਿਆ ਜਾਂ ਕੋਈ ਗਲਾਇਓਬਲਾਸਟੋਮਾ, ਇਸ ਤਰ੍ਹਾਂ ਦੇ ਕੁਝ ਨੇ ਜਿਹੜੇ ਮੈਡੂਲੋਬਲਾਸਟੋਮਾ, ਜੋ ਬਹੁਤ ਜ਼ਹਿਰੀ ਕੈਂਸਰ ਨੇ, ਜਿਹੜੇ ਸਮਾਂ ਨਹੀਂ ਦਿੰਦੇ, ਲੈ ਜਾਂਦੇ ਨੇ। ਹੁਣ ਜੀ। ਇਹਨਾਂ ਵਿੱਚੋਂ ਜੋ ਮੁੰਡਿਆਂ ਵਿੱਚ ਵੱਧ ਹੁੰਦਾ ਜੇ, ਤੇ ਅਸੀਂ ਬੜੀ ਵਾਰ ਦੇਖਿਆ ਕਿ ਉਹ ਜਿਹੜੇ ਬੜੇ ਕਿਰਸ ਕਰਕੇ ਲਏ ਹੋਣ, ਬੜੇ ਚਿਰਾਂ ਬਾਅਦ ਹੋਏ ਹੋਣ, ਉਹਨਾਂ ਚੋਂ ਕਈਆਂ ਨੂੰ ਅਸੀਂ ਦੇਖਿਆ ਮੈਡੂਲੋਬਲਾਸਟੋਮਾ ਜਿਹੜਾ ਛੱਡਦਾ ਹੀ ਨਹੀਂ, ਜਾਨ ਹੀ ਲੈ ਕੇ ਜਾਂਦਾ ਹੈ, ਮੁੰਡਿਆਂ 'ਚ ਦਿਸਦਾ ਹੈ। ਸੋ ਇਸੇ ਤਰ੍ਹਾਂ ਵਧੇਰੀ ਉਮਰ 'ਚ ਇੱਕ ਵੱਖ ਹੁੰਦਾ ਜੇ ਗਲਾਇਓਬਲਾਸਟੋਮਾ। ਇਹ ਵੱਖਰੋ ਵੱਖਰੇ, ਮੈਂ ਨਾਵਾਂ 'ਚ ਨਹੀਂ ਬਹੁਤਾ ਪੈਣਾ ਚਾਹੁੰਦੀ, ਮੇਰਾ ਖਿਆਲ ਹੈ ਆਪਾਂ ਲੱਛਣ, ਕਿਉਂਕਿ ਇਹ ਚੁਫੇਰਿਓਂ ਦੱਬਦਾ ਜੇ। ਸੋ ਇਸੇ ਹੂੰ। ਕਾਰਨ ਸਭ ਤੋਂ ਪਹਿਲਾਂ ਜਿਹੜੀ ਚੀਜ਼ ਦਿਖਦੀ ਏ ਕਿ ਤੁਹਾਨੂੰ ਹਲਕੀ ਜਿਹੀ ਕਮਜ਼ੋਰੀ ਮਹਿਸੂਸ ਹੋਣ ਲੱਗ ਪੈਣੀ, ਕਿ ਉਹ ਦਿਮਾਗ ਓਨਾ ਤਰੋ-ਤਾਜ਼ਾ ਨਹੀਂ ਰਹਿੰਦਾ। ਸੋ ਤੁਹਾਨੂੰ ਲੱਗਦਾ ਵੀ ਠੀਕ ਹੀ ਸੀ, ਪਰ ਦਿਨੋਂ ਦਿਨ ਹਲਕੀ-ਹਲਕੀ ਕਮਜ਼ੋਰੀ ਵੱਧ ਰਹੀ ਹੈ, ਜਿਹਨੂੰ ਅਸੀਂ ਆਮ ਹੀ ਟੌਨਿਕਸ ਲੈ ਕੇ ਆਪਾਂ ਗੁਜ਼ਾਰਾ ਕਰ ਲੈਂਦੇ ਹਾਂ। ਬਿਲਕੁਲ ਇਸੇ ਤਰ੍ਹਾਂ ਤੁਰਨ ਵਿੱਚ ਕਈ ਵਾਰ ਦਿੱਕਤ ਜਿਹੀ ਮਹਿਸੂਸ ਹੋਣੀ, ਵੀ ਥਕਾਵਟ ਹੈ, ਹਿੱਲਿਆ ਹੀ ਨਹੀਂ ਜਾ ਰਿਹਾ, ਤੁਰਿਆ ਹੀ ਨਹੀਂ ਜਾ ਰਿਹਾ, ਚੱਕਰ ਜਿਹੇ ਆਉਣ ਲੱਗ ਗਏ ਨੇ, ਡਿੱਗਦੇ ਜਿਹੇ ਮਹਿਸੂਸ ਹੋਣਾ। ਫਿਰ ਇੱਕਦਮ ਨਜ਼ਰ ਹੌਲੀ-ਹੌਲੀ ਘਟਣ ਲੱਗ ਜਾਣੀ, ਜਾਂ ਇੱਕ ਅੱਖ 'ਚੋਂ ਬੰਦ ਹੀ ਹੋ ਜਾਣੀ। ਹੂੰ। ਇਸੇ ਤਰ੍ਹਾਂ ਸਿੱਧਾ ਨਾ ਤੁਰਿਆ ਜਾਣਾ, ਜਿਵੇਂ ਹਲਕਾ ਇਸ ਤਰ੍ਹਾਂ ਝੁਕ ਕੇ ਤੁਰਨਾ, ਯਾਦਾਸ਼ਤ ਘਟਣ ਲੱਗ ਜਾਣੀ। ਇਹ ਚੀਜ਼ਾਂ ਜਿਨ੍ਹਾਂ 'ਚ ਕਈ ਵਾਰ ਬੋਲਣ 'ਚ ਤੁਹਾਨੂੰ ਦਿੱਕਤ ਆਉਣ ਲੱਗ ਪੈਂਦੀ ਹੈ। ਇਸ ਜੀ। ਤਰ੍ਹਾਂ ਦੀ ਚੀਜ਼ ਆਮ ਤੌਰ ਤੇ ਜੋ ਨਿੱਕੇ-ਨਿੱਕੇ ਲੱਛਣ ਅਸੀਂ ਬਗੌਰੇ ਕਰਦੇ ਹਾਂ ਵੀ ਕੋਈ ਗੱਲ ਨਹੀਂ, ਇਹ ਅਸੀਂ ਦੇਖ ਲੈਂਦੇ ਹਾਂ, ਕੋਈ ਨਾ ਦਵਾਈ, ਇਹ ਓੜ-ਪੋੜ ਕਰਦੇ ਹਾਂ। ਥੋੜਾ ਇਹਨਾਂ ਲੱਛਣਾਂ ਤੇ ਮੈਂ ਖਾਸ ਜ਼ੋਰ ਦੇਣਾ ਚਾਹੁੰਦੀ ਹਾਂ ਆਪਣੇ ਸੁਣਨ ਵਾਲੇ ਵੀਰਾਂ, ਭੈਣਾਂ, ਬਜ਼ੁਰਗਾਂ, ਬੱਚਿਆਂ ਨੂੰ, ਕਿ ਤੁਸੀਂ ਜੇ ਇਹੋ ਜਿਹੇ ਨੁਕਤੇ, ਇਹੋ ਜਿਹੇ ਲੱਛਣਾਂ 'ਚੋਂ ਕੁਝ ਵੀ ਦਿਸ ਰਹੇ ਨੇ, ਇਹ ਬਿਲਕੁਲ ਬੇਗੌਰੀ, ਕਮਜ਼ੋਰੀ ਤਾਂ ਕਿਸੇ ਹਾਲ ਵਿੱਚ ਬੇਗੌਰੀ ਨਹੀਂ ਕਰਨੀ ਚਾਹੀਦੀ। ਜੀ। ਜੀ। ਹੁਣ ਕੁਝ ਨੇ ਜਿਹੜੇ ਕਿਸ ਹਿੱਸੇ 'ਚੋਂ ਸ਼ੁਰੂ ਹੋਏ, ਹੂੰ। ਮਿਸਾਲ ਵਜੋਂ ਕੋਈ ਪਿਛਲੇ ਹਿੱਸੇ 'ਚੋਂ, ਕੋਈ ਸਾਈਡ ਤੋਂ, ਕੋਈ ਅੱਗੋਂ, ਕਿੱਥੋਂ ਸ਼ੁਰੂ ਹੋਏ ਨੇ, ਉਹਦੇ ਹਿਸਾਬ ਨਾਲ ਵੀ ਕੁਝ ਬਹੁਤ ਅਹਿਮ ਲੱਛਣ ਜਿਹੜੇ ਮੈਂ ਦੱਸਣੇ ਚਾਹਾਂਗੀ ਹੋ ਸਕਦੇ ਨੇ। ਯਾਨੀ ਇੱਕ ਤਾਂ ਹੁੰਦੀ ਜੇ ਸਵੇਰੇ ਉੱਠੇ ਹੋ ਤਾਂ ਹਲਕੀ ਜਿਹੀ ਸਿਰ ਪੀੜ, ਜੀ। ਬਸ ਮਾਮੂਲੀ ਜਿਹੀ, ਕਿ ਹੂੰ। ਸੁੱਤੇ ਉੱਠੇ ਜ਼ਰਾ ਜਿਹਾ ਆਪਾਂ ਚੁੰਨੀ ਬੰਨੀ, ਲਿਆ ਬਈ ਫਟਾਫਟ, ਥਕਾਵਟ ਜਿਹੀ ਹੈ, ਚਾਹ ਪੀ ਕੇ ਹੀ ਉੱਠਦੇ ਆ, ਦਿਲ ਨਹੀਂ ਕਰ ਰਿਹਾ, ਚਿੱਤ ਜਿਹਾ ਨਹੀਂ ਕਰ ਰਿਹਾ। ਹੂੰ। ਇਹ ਇੰਨਾ ਕੁ ਅਹਿਮ ਲੱਛਣ ਹੈ, ਤੇ ਤੁਸੀਂ ਨਵਦੀਪ ਜੀ ਮੰਨੋਗੇ ਨਹੀਂ ਕਿ ਸਾਡੇ ਕੋਲ 80% ਜਿਨ੍ਹਾਂ ਦੇ ਫੈਲੇ ਕੈਂਸਰ ਨੇ, ਉਹ ਬੋਲਦੇ ਨੇ ਕਿ ਹਾਂਜੀ ਇਹ ਤਾਂ ਲੱਛਣ ਸੀ, ਹੂੰ। ਇਹ ਪਹਿਲਾਂ ਹੀ ਸੀ, ਪਰ ਅਸੀਂ ਜੀ। ਇਹਨੂੰ ਬਸ ਬੇਗੌਰੀ, ਵੀ ਸਿਰ ਦਰਦ ਕੀ ਦੁਖਦਾ, ਕੋਈ ਨਾ। ਮੈਂ ਇਹਦੇ ਵਿੱਚ ਬਿਲਕੁਲ ਇਹ ਡਰਾਉਣਾ ਨਹੀਂ ਚਾਹ ਰਹੀ ਕਿ ਤੁਹਾਨੂੰ ਪਹਿਲੀ ਵਾਰ ਸਿਰ ਦਾ ਜੇ ਕੋਈ ਪੀੜ ਹੋਈ ਹੈ, ਪਹਿਲੀ ਇੱਕ ਵਾਰ, ਤੇ ਉਸੇ ਤੇ ਹੀ ਤੁਸੀਂ ਫਿਕਰਮੰਦ ਹੋ ਜਾਓ। ਪਰ ਜੇ ਉਹ ਦੂਜੇ ਵੀ ਦਿਨ, ਤੀਜੇ ਵੀ ਦਿਨ, ਜਾਂ ਇੱਕ ਅੱਧ ਦਿਨ ਛੱਡ ਕੇ ਲਗਾਤਾਰ ਹੋਣੀ ਜੀ ਇਸ ਤਰ੍ਹਾਂ ਸ਼ੁਰੂ ਹੋਈ ਹੈ, ਹਲਕੀ ਜਿਹੀ ਵੀ, ਇਹਨੂੰ ਬੇਗੌਰੀ ਤਾਂ ਕਦੇ ਵੀ ਨਹੀਂ ਕਰਨੀ ਚਾਹੀਦੀ। ਯਾਨੀ ਮੇਰਾ ਕਹਿਣ ਦਾ ਭਾਵ ਹੈ ਕਿ ਕਦੇ ਕਦਾਈ ਹੁੰਦੀ ਸਿਰ ਪੀੜ ਨੂੰ ਵੀ ਤੁਸੀਂ ਲਾਈਟਲੀ ਨਹੀਂ ਲੈਣਾ। ਜੀ। ਹੁਣ ਇਹਦੇ ਵਿੱਚ ਜਿਹੜੀ ਤੁਹਾਡੀ ਕਦੇ ਕਦਾਈ ਸਿਰ ਪੀੜ ਦੇ ਨਾਲ, ਜਦੋਂ ਹੌਲੀ-ਹੌਲੀ ਤੁਹਾਨੂੰ ਲੱਗੇ ਵੀ ਉੱਥੇ ਇੱਕ ਵੱਖ ਥਾਂ ਜਿਵੇਂ ਖਿੱਚ ਜੀ ਆਈ, ਇੱਥੇ ਜਿਹਾ ਹੋਇਆ, ਜੀ। ਜਾਂ ਤੁਹਾਨੂੰ ਲੱਗਿਆ ਵੀ ਅੱਧੇ ਸਿਰ 'ਚ ਪੀੜ ਹੋਣ ਸ਼ੁਰੂ ਹੋ ਗਈ ਹੋਣੀ, ਜੋ ਪਹਿਲਾਂ ਕਦੇ ਵੀ ਨਹੀਂ ਸੀ, ਜਾਂ ਜੀ। ਪਿਛਲੇ ਹਿੱਸੇ 'ਚ ਖਾਸ ਤੌਰ ਤੇ ਇੱਥੇ ਬਹੁਤ ਪੀੜ ਹੋ ਜਾਂਦੀ ਹੈ, ਫਿਰ ਠੀਕ ਹੋ ਗਈ, ਗੋਲੀ ਲਈ ਠੀਕ ਹੋ ਗਈ, ਫਿਰ 2 ਦਿਨ ਬਾਅਦ ਰੱਤੀ ਹੋਈ। ਇਹ ਚੀਜ਼ਾਂ ਬਹੁਤ ਜ਼ਿਆਦਾ ਅਹਿਮ ਨੇ, ਬੜੇ ਇੰਪੋਰਟੈਂਟ ਲੱਛਣ ਅਸੀਂ ਗਿਣਦੇ ਹਾਂ। ਇੰਝ ਹੀ ਸੁੱਤੇ ਉੱਠੇ ਤੁਹਾਨੂੰ ਲੱਗੇ ਵੀ ਸਿਰ ਜਕੜਿਆ ਜਿਹਾ, ਸ਼ਾਇਦ ਰਾਤ ਨੀਂਦ ਨਹੀਂ ਠੀਕ ਆਈ, ਬਈ ਮੈਂ ਹੁਣ ਤੁਰਨ ਫਿਰਨ ਲੱਗਿਆ ਕੁਛ, ਤੇ ਮੈਂ ਕੁਛ ਚਾਹ ਚੂਹ ਪੀਤੀ ਹੈ, ਹੂੰ। ਰਿਲੈਕਸ ਹੋਇਆ, ਠੀਕ ਹੈ, ਮੈਂ ਹੁਣ ਠੀਕ ਹਾਂ। ਜੀ। ਜਾਂ ਕਿਸੇ ਵੀ ਕਿਸਮ ਦੀ, ਜਿਵੇਂ ਤੁਹਾਡੇ ਫਰਜ਼ ਕਰੋ ਪਹਿਲਾਂ ਸੱਜੇ ਇੱਧਰ ਯਾਨੀ ਖੱਬੇ ਹੁੰਦੀ ਸੀ ਹਮੇਸ਼ਾ ਸਿਰ ਪੀੜ, ਅੱਜ ਇੱਕ ਵੱਖ ਤੁਹਾਨੂੰ ਦੂਜੇ ਪਾਸੇ ਮਾਮੂਲੀ ਜੀ ਹੋਈ,
ਤੇ ਤੀਸਰੇ ਜਾਂ ਚੌਥੇ ਦਿਨ ਫਿਰ ਮਾਮੂਲੀ ਜਿਹੀ ਇੱਧਰ ਫਿਰ ਹੋਈ। ਇਹ ਜੀ ਤਾਂ ਇੱਕਦਮ ਉਸੇ ਦਿਨ ਡਾਕਟਰ ਕੋਲ ਪਹੁੰਚ ਜਾਣਾ ਚਾਹੀਦਾ ਵੀ ਕੁਛ ਨਾ ਕੁਛ ਗੜਬੜ ਹੋ ਰਹੀ ਹੈ। ਫਿਰ ਜੇ ਤੁਹਾਡੀ ਪਹਿਲਾਂ ਨਾਲੋਂ ਜੋ ਹੁੰਦੀ ਕਦੇ ਕਦਾਈ ਸਿਰ ਪੀੜ ਸੀ, ਮਹੀਨੇ 'ਚ ਇੱਕ ਵਾਰ ਹੋ ਗਈ ਜਾਂ ਕਈ ਸਾਲਾਂ ਤੋਂ ਤੁਰ ਰਹੀ ਹੈ, ਤਾਂ ਕੋਈ ਉਹ ਐਸੀ ਅਹਿਮ ਨਹੀਂ, ਪਰ ਉਹਦੇ ਵਿੱਚ ਤੁਹਾਨੂੰ ਜਿਵੇਂ ਟਾਈਮ ਪੀਰੀਅਡ ਘਟਣ ਲੱਗ ਗਿਆ ਹੋਵੇ ਕਿ ਤੁਸੀਂ ਹੁਣ ਪਹਿਲਾਂ ਹੁੰਦੀ ਸੀ ਮਹੀਨੇ 'ਚ, ਹੁਣ ਮਹੀਨੇ 'ਚ 4 ਵਾਰ ਹੋਣ ਲੱਗ ਗਈ, ਕੋਈ ਇੱਥੇ ਨਸਾਂ ਖਿੱਚੀਆਂ ਜਿਹੀਆਂ ਮਹਿਸੂਸ ਹੋਣ ਲੱਗ ਗਈਆਂ, ਜਾਂ ਤੁਹਾਡਾ ਰਾਤ ਵੀ ਜੇ ਤੁਸੀਂ ਕਿਸੇ ਵੇਲੇ ਜਾਗਦੇ ਹੋ ਤਾਂ ਤੁਹਾਡਾ ਸਿਰ ਭਾਰਾ ਮਹਿਸੂਸ ਹੁੰਦਾ ਹੈ, ਪੀੜ ਜਿਹਾ ਜਿਵੇਂ ਜਕੜਿਆ ਜਿਹਾ, ਪੀੜ ਵੀ ਨਹੀਂ ਉਸ ਸਮੇਂ ਤਾਂ ਭਾਰਾ ਜਿਹਾ, ਤੇ ਜਿਵੇਂ ਜਕੜਿਆ, ਤੁਹਾਨੂੰ ਆਰਾਮ ਜਿਹਾ ਨਹੀਂ ਜਿਵੇਂ ਮਹਿਸੂਸ ਹੋ ਰਿਹਾ। ਜੀ ਇਹ ਚੀਜ਼ਾਂ ਤੁਹਾਨੂੰ ਇੱਕ ਵਾਰਨਿੰਗ ਦੇ ਰਹੀਆਂ ਨੇ ਕਿ ਕੁਝ ਨਿੱਕੀ ਜਿਹੀ ਚੀਜ਼ ਸ਼ੁਰੂ ਹੋਈ ਜੇ, ਫੜ ਲਓ ਹੁਣੇ, ਜੇ ਇਹਨੂੰ ਵਿਗਾੜਾ ਕਰਤਾ ਵੀ ਗੋਲੀ ਲਈ ਠੀਕ ਹੈ, ਗੋਲੀ ਲਈ ਠੀਕ ਹੈ। ਇਹਦੇ ਵਿੱਚ ਇੱਕ ਹੋਰ ਗੱਲ ਸਾਂਝੀ ਕਰਦੇ ਹਾਂ ਕਿ ਕਈ ਵਾਰ ਸਾਡੇ ਡਾਕਟਰ ਮੇਰੇ ਨਾਲ ਦੇ ਸਾਥੀਆਂ 'ਚ ਵੀ, ਹੋ ਸਕਦਾ ਸਮੇਤ ਮੇਰੇ ਵੀ, ਮੈਂ ਆਪਣੇ ਆਪ ਨੂੰ ਸ਼ਾਮਲ ਕਰਦੀ ਹਾਂ ਸਾਰਿਆਂ 'ਚ, ਜੀ ਅਸੀਂ ਵੀ ਜਦੋਂ ਕਿਸੇ ਵੱਲੋਂ ਇਹੋ ਜਿਹਾ ਲੱਛਣ ਪਹਿਲੀ ਵਾਰ ਆਉਂਦਾ ਹੈ, ਇੰਨਾ ਸੀਰੀਅਸਲੀ ਅਸੀਂ ਲੈਂਦੇ ਨਹੀਂ। ਤੇ ਇਹ ਵਾਰਨਿੰਗਸ ਕਿਉਂਕਿ ਹੁਣ ਸਾਨੂੰ ਵੀ ਜਾਰੀ ਹੋਈਆਂ ਕਿ ਸਾਰੇ ਡਾਕਟਰ ਇਹ ਨੁਕਤਿਆਂ ਤੇ ਲਾਈਟਲੀ ਨਾ ਲੈਣ, ਤਾਂ ਇਹਦੇ ਲਈ ਅਸੀਂ ਕੁਝ ਅੱਖਾਂ ਰਾਹੀਂ ਚੈੱਕ ਹੋਣਾ, ਜਾਂ ਸਾਡੇ ਕੋਲ ਹੋਰ ਕੋਈ ਢੰਗ ਤਰੀਕਾ ਨਹੀਂ ਕਿ ਉਹਦਾ ਸੀਟੀ ਸਕੈਨ ਜਾਂ MRI ਸਕੈਨ ਹੋਣ। ਪਰ ਕਈ ਵਾਰ ਸਾਡੇ ਜੋ ਆਉਂਦੇ ਨੇ ਮਰੀਜ਼ ਵੀ, ਉਹ ਵੀ ਜਿਵੇਂ ਇੰਨਾ ਇਤਬਾਰ ਨਹੀਂ ਕਰਦੇ ਕਿ ਇੰਨੀ ਕੁ ਸਿਰ ਪੀੜ ਲਈ ਕਿਉਂ ਹੀ MRI ਕਰਾਵਾਂ ਮੈਂ, ਬਈ ਕੀ ਹੋ ਗਿਆ, ਇਹ ਤਾਂ ਕਮਿਸ਼ਨ ਹੀ ਲੱਗਦੀ ਹੈ, ਕਰਾਣਾ ਹੀ ਨਹੀਂ ਮੈਂ। ਸੋ ਬੜੀ ਵਾਰ ਇਹ ਵੀ ਸਾਨੂੰ ਸਾਹਮਣਾ ਕਰਨਾ ਪੈਂਦਾ, ਜਿਸ 'ਚ ਕਈ ਵਾਰ ਸਾਨੂੰ ਬੜਾ ਸਖਤ ਡਾਊਟ ਹੁੰਦਾ, ਭਾਈ ਇਹ ਲੱਗਦਾ, ਪਰ ਸਿੱਧਾ ਮੂੰਹ ਤੇ ਇਹ ਕਹਿ ਦੇਣਾ ਤੈਨੂੰ ਕੈਂਸਰ ਲੱਗਦਾ ਨਹੀਂ ਕਿਹਾ ਜਾ ਸਕਦਾ ਕਿਸੇ ਨੂੰ ਵੀ। ਸ਼ੱਕ ਵੀ ਰੱਖ ਕੇ ਅਸੀਂ ਲੱਭ ਸਕਦੇ ਹਾਂ ਵੀ ਇਹ ਇਹੋ ਜਿਹੇ ਲੱਛਣ ਲੱਗਦੇ ਨੇ, ਤਾਂ ਟੈਸਟ ਰਾਹੀਂ ਕਲੀਅਰ ਹੋ ਜਾਏਗਾ। ਜੇ ਅਰਲੀ ਸਟੇਜ ਹੈ, ਠੀਕ ਕੀਤਾ ਜਾ ਸਕਦਾ ਹੈ, ਤਾਂ ਕਿਉਂ ਨਾ ਆਪਾਂ ਟੈਸਟ ਕਰਵਾ ਲਈਏ। ਤਾਂ ਉਹ ਫਿਰ ਜਿੰਨਾ ਮੈਂ ਨੁਕਸ ਡਾਕਟਰਾਂ ਦਾ ਕੱਢ ਰਹੀ ਹਾਂ, ਓਨਾ ਹੀ ਮੈਂ ਮਰੀਜ਼ਾਂ ਦਾ ਵੀ ਕੱਢ ਰਹੀ ਹਾਂ ਕਿ ਉਹ ਵੀ ਨਾ ਨੁੱਕਰ ਕਰਕੇ ਚਲੇ ਜਾਂਦੇ ਨੇ, ਛੱਡੋ ਜੀ ਇੰਨੀ ਕੁ ਚੀਜ਼ ਲਈ ਕੌਣ ਕਰਦਾ ਹੈ MRI। ਜੀ ਹੁਣ ਇਹਦੇ ਨਾਲ ਕਦੇ-ਕਦੇ ਜੇ ਤੁਹਾਡੇ ਸੋਚਣ ਸਮਝਣ 'ਚ, ਬੋਲਣ ਵਿੱਚ ਹਲਕੀ ਜਿਹੀ ਤੁਹਾਨੂੰ ਦਿੱਕਤ ਲੱਗੇ ਕਿ ਮੈਂ ਸੋਚ ਤਾਂ ਰਿਹਾ ਪਰ ਪਤਾ ਨਹੀਂ ਕਿਉਂ ਮੇਰੀ ਓਨੀ ਕੰਸੈਂਟਰੇਸ਼ਨ ਬਣ ਨਹੀਂ ਰਹੀ, ਜੀ ਜਾਂ ਮੈਂ ਕੁਝ ਬੋਲਣਾ ਚਾਹ ਰਿਹਾ ਪਰ ਉਹ ਕੁਝ ਹੋਰ ਨਿਕਲ ਨਹੀਂ ਰਿਹਾ, ਫਿਰ ਕੁਝ ਮੈਂ ਜਦੋਂ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਉਹ ਮੇਰੀ ਕੁਝ 15-20 ਦਿਨ ਜਾਂ ਮਹੀਨੇ ਤੋਂ ਮੈਨੂੰ ਲੱਗ ਰਿਹਾ ਮੈਂ ਚੀਜ਼ਾਂ ਜ਼ਿਆਦਾ ਭੁੱਲਣ ਲੱਗ ਗਿਆ, ਮੈਂ ਪੜ੍ਹਦਾ ਜਾਂ ਵੇਖਦਾ ਜਾਂ ਰੱਖਦਾ, ਨਹੀਂ ਯਾਦ ਆ ਰਿਹਾ। ਸੋ ਇਹ ਸਡਨਲੀ ਇਨਕਰੀਜ਼ਿੰਗ ਚੀਜ਼ਾਂ ਤੁਹਾਨੂੰ ਜ਼ਰੂਰ ਲੱਭਦੇ, ਇਹਦਾ ਮਤਲਬ ਦੇਖਣ ਦੀ ਲੋੜ ਹੈ ਕਿ ਤੁਰੰਤ ਡਾਕਟਰ ਕੋਲ ਜਾਣਾ ਹੈ। ਹੁਣ ਇਹਦੇ ਵਿੱਚ ਕਈ ਵਾਰ ਤੁਹਾਡਾ ਦਿਲ ਕੱਚਾ ਹੋਣਾ, ਉਲਟੀ ਆਉਣ ਲੱਗ ਜਾਣੀ, ਜੋ ਇੱਕ ਵਾਰ ਹੋਈ ਤਾਂ ਚਲੋ ਆਪਾਂ ਸਮਝ ਸਕਦੇ ਹਾਂ ਕੁਝ ਖਾਧੇ ਪੀਤੇ ਦੀ ਹੋ ਗਈ, ਫਿਰ ਤੀਸਰੇ ਕੁ ਦਿਨ ਹਫ਼ਤੇ ਬਾਅਦ ਫਿਰ ਇਸ ਤਰ੍ਹਾਂ ਜੇ ਹੋ ਰਿਹਾ, ਤਾਂ ਇਹ ਜ਼ਰੂਰੀ ਫਿਰ ਡਾਕਟਰ ਕੋਲ ਚੈੱਕਅਪ ਦੀ ਲੋੜ ਹੈ। ਹੁਣ ਕਦੇ ਕਦਾਈ ਕੀ ਹੁੰਦਾ ਜੇ ਕਿ ਤੁਹਾਨੂੰ ਆਪ ਨਹੀਂ ਇਹ ਪਤਾ ਲੱਗਦਾ, ਪਰ ਦੂਸਰਾ ਦੇਖਦਾ ਹੈ ਕਿ ਮੈਂ ਗੱਲ ਕਰ ਰਿਹਾ, ਪਰ ਇਹਨੂੰ ਮੇਰੀ ਅੱਧੀ ਕੁ ਗੱਲ ਸੁਣੀ, ਅੱਧੀ ਕੁ ਉਹਨਾਂ ਨੇ ਫਿਰ ਕਿਹਾ ਹਾਂ ਕੀ ਕਿਹਾ। ਜੀ ਯਾਨੀ ਆਮ ਤੌਰ ਤੇ ਤਾਂ ਅਸੀਂ ਜਦੋਂ ਮੋਬਾਈਲਾਂ 'ਚ ਰੁੱਝੇ ਹੁੰਦੇ ਹਾਂ ਨਾ, ਕੋਈ ਗੱਲ ਕਰਦਾ, ਅਸੀਂ ਅੱਧੀ ਕੁ ਗੱਲ ਤਾਂ ਸੁਣ ਜਾਂਦੀ, ਕਈ ਵਾਰ ਉਹ ਨੁਕਤਾ ਸਾਨੂੰ ਮੋਬਾਈਲ 'ਚ ਜ਼ਿਆਦਾ ਵਧੀਆ ਦਿਸ ਜਾਂਦਾ ਤੇ ਬਾਕੀ ਅੱਧੀ ਗੱਲ ਅਸੀਂ ਬੇਗੌਰੀ ਲੰਘ ਜਾਂਦੀ ਹੈ। ਆਪਾਂ ਫਿਰ ਪੁੱਛਦੇ ਹਾਂ ਕੀ ਕਿਹਾ ਸੀ, ਜ਼ਰਾ ਦੱਸੀ ਦੁਹਰਾਈ। ਬਿਲਕੁਲ ਇਸੇ ਤਰ੍ਹਾਂ ਜਦੋਂ ਹਾਲ ਵਿੱਚ ਹੱਥ ਵਿੱਚ ਮੋਬਾਈਲ ਨਾ ਹੋਣ ਤੇ ਵੀ ਤੁਹਾਡੇ ਨਾਲ ਗੱਲ ਪੂਰੀ ਕੀਤੀ ਗਈ ਤਾਂ ਅੱਧੀ ਜੀ ਤੁਹਾਨੂੰ ਸੁਣੀ, ਅੱਧੀ ਜੀ ਤੁਹਾਨੂੰ ਕਹਿਣਾ ਪਿਆ, ਕੀ ਕਿਹਾ ਜ਼ਰਾ ਦੁਹਰਾਈ। ਇਸ ਤਰ੍ਹਾਂ ਦੀ ਤੁਹਾਨੂੰ ਸਾਹਮਣੇ ਨੂੰ ਪਤਾ ਲੱਗ ਸਕਦਾ ਕਿ ਕੁਛ ਨਾ ਕੁਛ ਇਸ 'ਚ ਗੜਬੜ ਸ਼ੁਰੂ ਹੋਈ ਹੈ। ਹੁਣ ਚੱਕਰ ਇੱਕ ਆਉਣੇ, ਜਦੋਂ ਯਾਨੀ ਪਹਿਲਾਂ ਤੁਹਾਨੂੰ ਕਦੇ ਕਦਾਈ ਆਉਂਦੇ ਹੋਣ ਤੇ ਹੁਣ ਰੂਟੀਨ ਹੀ ਬਣ ਜਾਵੇ ਕਿ ਮੈਂ ਤਾਂ ਬੈਠਿਆ ਉੱਠਿਆ ਇੱਕਦਮ, ਜਾਂ ਲੇਟ ਕੇ ਉੱਠਿਆ, ਪਾਸਾ ਲਿਆ, ਤੇ ਇਹ ਵੱਧਦੇ ਜਾ ਰਹੇ ਨੇ ਜਾਂ ਮੈਨੂੰ ਦੁਖੀ ਕਰਨ ਲੱਗ ਗਏ ਨੇ, ਇਹਦੇ ਲਈ ਵੀ ਇਮੀਡੀਏਟਲੀ ਚੈੱਕਅਪ ਜ਼ਰੂਰੀ ਹੈ। ਕਿਉਂਕਿ ਚੱਕਰ ਕਦੇ ਵੀ ਬਿਨਾਂ ਮਤਲਬ ਦੇ ਨਹੀਂ ਆਉਂਦੇ। ਤੁਹਾਡੇ ਬਲੱਡ ਪ੍ਰੈਸ਼ਰ ਘਟ ਰਿਹਾ ਹੈ, ਜਾਂ ਤੁਹਾਡੇ ਕੋਈ ਅੰਦਰ ਨੁਕਸ ਪੈ ਰਿਹਾ ਹੈ, ਜਾਂ ਤੁਹਾਡੇ ਕੰਨਾਂ ਦੇ ਵਿੱਚ ਜੋ ਬੈਲੈਂਸਿੰਗ ਮਸ਼ੀਨ 'ਚ ਗੜਬੜ ਹੈ, ਦਿਮਾਗ ਦਾ ਕੈਂਸਰ ਹੈ, ਕੁਝ ਵੀ ਹੋ ਸਕਦਾ ਹੈ। ਚੱਕਰ ਤੇ ਕਦੇ ਵੀ ਨਾ ਕਿਸੇ ਕੈਮਿਸਟ ਵੀਰ ਤੋਂ ਦਵਾਈ ਲਿਓ ਤੇ ਖਾ ਲਿਓ, ਸਗੋਂ ਮੈਂ ਬੇਨਤੀ ਹੀ ਕਰਦੀ ਹਾਂ ਹਰ ਕੈਮਿਸਟ ਵੀਰ ਨੂੰ ਵੀ ਜਿਹੜੇ ਦਵਾਈਆਂ ਦੇ ਰਹੇ ਨੇ ਕਿ ਜ਼ਰੂਰ ਇਸ ਤਰ੍ਹਾਂ ਦੇ ਮੌਕੇ ਤੇ ਉਹਨਾਂ ਦੀ ਮਦਦ ਕਰੋ, ਪਰ ਨਾਲ ਸਲਾਹ ਜ਼ਰੂਰ ਦੇ ਦਿਆ ਕਰੋ ਕਿ ਭਾਈ ਚੱਕਰ ਦੀ ਗੋਲੀ ਤਾਂ ਭਾਵੇਂ ਲੈ ਲਓ, ਤਾਂ ਟੈਸਟ ਜ਼ਰੂਰ ਕਰਵਾ ਲਵੋ। ਕੋਈ ਮਾੜੇ ਨਹੀਂ ਟੈਸਟ, ਇੱਕ ਵਾਰ ਸ਼ੱਕ ਹੀ ਕੱਢਣਾ ਠੀਕ ਹੈ ਤਾਂ ਬਸ ਮੌਜ ਕਰੋ, ਠੀਕ ਹੈ,
ਅਸੀਂ ਲੱਛਣਾਂ ਨੂੰ ਪਛਾਣਨਾ, ਕਿਉਂਕਿ ਡਾਕਟਰ ਹਰਸ਼ਿੰਦਰ ਕੌਰ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ, ਉਹ ਸਾਨੂੰ ਦੱਸ ਰਹੇ ਨੇ ਕਿ ਕਿਹੜੇ ਲੱਛਣ ਨੇ, ਸ਼ੁਰੂਆਤੀ ਦੌਰ ਦੇ ਵਿੱਚ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਦੀਆਂ ਸਾਨੂੰ ਸਾਵਧਾਨੀਆਂ ਵਰਤਣ ਦੀ ਲੋੜ ਹੈ, ਕਿਹੜੀਆਂ ਚੀਜ਼ਾਂ ਨੇ ਸਾਨੂੰ ਲੱਗਦਾ ਵੀ ਇਹ ਸਾਡੇ ਸਰੀਰ 'ਚ ਕੁਝ ਨਵਾਂ ਹੋ ਰਿਹਾ, ਸਾਨੂੰ ਡਾਕਟਰ ਦੀ ਸਲਾਹ ਦੀ ਬੇਹੱਦ ਜ਼ਰੂਰੀ ਲੋੜ ਹੈ। ਤੇ ਸਭ ਤੋਂ ਵੱਡੀ ਗੱਲ ਕਿ ਜਦੋਂ ਅਸੀਂ ਕੈਮਿਸਟ ਕੋਲ ਜਾਂਦੇ ਹਾਂ, ਉਹਨਾਂ ਨੂੰ ਜਾ ਕੇ ਕਹਿੰਦੇ ਹਾਂ ਕਿ ਸਾਡੇ ਸਿਰ ਪੀੜ ਹੁੰਦੀ ਹੈ, ਢਿੱਡ ਪੀੜ ਹੁੰਦੀ ਹੈ ਜਾਂ ਇੱਥੇ ਦਰਦ ਹੋ ਰਿਹਾ, ਬਸ ਗੋਲੀ ਦੇ ਦੇ, ਕਿ ਐਵੇਂ ਗੋਲੀਆਂ ਨਹੀਂ ਖਾਣੀਆਂ, ਕਿਸੇ ਮਾਹਿਰ ਡਾਕਟਰ ਤੋਂ ਹੀ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਜੀ ਮੈਮ। ਜੀ ਬਿਲਕੁਲ, ਇਹਦੇ ਨਾਲੋਂ ਨਾਲ ਜਿਵੇਂ ਆਪਾਂ ਕਹਿ ਸਕਦੇ ਹਾਂ ਕਿਸੇ ਦਾ ਚਿੜਚਿੜਾ ਸੁਭਾਅ ਹੋ ਜਾਣਾ, ਗੁੱਸਾ ਵੱਧ ਆਉਣ ਲੱਗ ਪੈਣਾ, ਆਪਾਂ ਕਹਿ ਦਿੰਦੇ ਹਾਂ ਜੀ ਇਹ ਤਾਂ ਦਫ਼ਤਰੀ ਤਣਾਅ ਲਿਆ ਆ ਜਾਂ ਕੁਝ ਇਸ ਤਰ੍ਹਾਂ ਦੀ ਗੱਲ ਲੱਗਦੀ ਹੈ, ਪਰ ਇਹਦੇ ਵਿੱਚ ਤੁਹਾਡੇ ਅਜਿਹੇ ਹਾਰਮੋਨ ਨਿਕਲ ਸਕਦੇ ਨੇ ਦਿਮਾਗ ਦੇ ਹੀ ਕੈਂਸਰ ਦੇ ਸ਼ੁਰੂਆਤੀ ਸਮੇਂ, ਜੋ ਤੁਹਾਨੂੰ ਇਹ ਵਾਰਨਿੰਗ ਸਾਈਨ ਦਿੰਦੇ ਨੇ ਕਿ ਨਾਰਮਲ ਤੋਂ ਇਹਦਾ ਬਿਹੇਵੀਅਰ ਵੱਖ ਹੋਣ ਲੱਗ ਗਿਆ। ਸੁੰਨ ਹੋਣਾ ਕੋਈ ਵੀ ਪਾਸਾ ਕਦੇ ਵੀ ਨਾਰਮਲ ਨਹੀਂ ਹੁੰਦਾ। ਪਲੀਜ਼ ਮੇਰੀ ਬੇਨਤੀ ਹੈ, ਜੇ ਇਹੋ ਜਿਹੀ ਕੋਈ ਚੀਜ਼ ਹੈ ਤੁਰੰਤ ਦਿਖਾਉਣ ਦੀ ਲੋੜ ਹੈ। ਹੋ ਸਕਦਾ ਤੁਹਾਡੇ ਸ਼ੱਕਰ ਰੋਗ ਦੇ ਕਾਰਨ ਨਸਾਂ ਦਾ ਨੁਕਸਾਨ ਹੋ ਰਿਹਾ ਹੋਵੇ, ਜਾਂ ਫਿਰ ਦਿਮਾਗ ਦੀ ਰਸੌਲੀ ਵੀ ਇਹੋ ਜਿਹੀ ਚੀਜ਼ ਕਰ ਸਕਦੀ ਹੈ, ਦੌਰਾ ਪੈ ਰਿਹਾ ਹੋਵੇ, ਜਾਂ ਕੋਈ ਅੱਧਾ ਸਰੀਰ ਤੁਹਾਡਾ ਕਮਜ਼ੋਰ ਮਹਿਸੂਸ ਹੁੰਦਾ ਹੋਵੇ, ਕਿਸੇ ਵੀ ਕਿਸਮ ਦੀ ਤੁਰਨ ਵਿੱਚ ਦਿੱਕਤ, ਸੁਣਨ ਵਿੱਚ ਦਿੱਕਤ, ਦੇਖਣ ਵਿੱਚ, ਇਹ ਮੈਂ ਵਾਰ-ਵਾਰ ਕਹਿ ਰਹੀ ਹਾਂ ਬਹੁਤ ਜ਼ਰੂਰੀ ਨੇ। ਸੋ ਕਿਤੇ ਸੂਈਆਂ ਚੁੱਭਦੀਆਂ ਮਹਿਸੂਸ ਹੋਣੀਆਂ, ਇਹ ਵੀ ਬਹੁਤ ਅਹਿਮ ਲੱਛਣ ਹੈ। ਫਿਰ ਇੱਕਦਮ ਕਿਤੇ ਬੌਂਦਲ ਜਾਣਾ, ਇਹ ਜੇ ਮੈਂ ਕਿੱਥੇ ਆ, ਆਪਾਂ ਕਿੱਥੇ ਆਏ ਸੀ, ਹੁਣ ਸ਼ਾਮ ਹੈ ਭਲਾ, ਇਸ ਤਰ੍ਹਾਂ ਦੀਆਂ ਚੀਜ਼ਾਂ ਜੇ ਕੋਈ ਪੁੱਛ ਰਿਹਾ, ਇਹ ਵੀ ਬਹੁਤ ਇੰਪੋਰਟੈਂਟ ਜੇ ਉਹਦਾ ਧਿਆਨ ਕਰੋ ਕਿ ਜੇ ਉਹਨੂੰ ਗੱਲ ਨਹੀਂ ਸਮਝ ਆ ਰਹੀ, ਇਹ ਬੰਦੇ ਨੂੰ ਨਹੀਂ ਪਤਾ ਹੋਣਾ ਪਰ ਉਹਦੇ ਨਾਲ ਦੇ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਚੀਜ਼ਾਂ ਆਪਾਂ ਤੁਰੰਤ ਧਿਆਨ ਦੇਣ ਦੀ ਲੋੜ ਇਸ ਪਾਸੇ ਵੱਲ। ਜਿਵੇਂ ਦੋ ਦਿਸਣ ਲੱਗ ਜਾਣੇ, ਕਦੇ ਧੁੰਦਲਾ, ਯਾਨੀ ਉਹ ਬੰਦਾ ਇਸ ਤਰ੍ਹਾਂ ਅੱਖਾਂ ਮਾਲ ਕੇ ਫਿਰ ਦੇਖ ਰਿਹਾ, ਇਹ ਇੰਪੋਰਟੈਂਟ ਜੇ। ਫਿਰ ਲੱਤ ਜਾਂ ਬਾਂਹ ਕੁਛ ਝਟਕੇ ਵਾਂਗ ਇਸ ਤਰ੍ਹਾਂ ਦੇ ਕੋਈ ਹਲਕੇ ਜਿਵੇਂ ਤੁਹਾਨੂੰ ਮਹਿਸੂਸ ਹੋਣੇ, ਉਹ ਵੀ ਖਾਸ ਤੌਰ ਤੇ ਜਦੋਂ ਨਾਰਮਲ ਤੁਰਦਾ ਫਿਰਦਾ ਬੰਦਾ ਤੁਹਾਨੂੰ ਦਿਖੇ ਵੀ ਮਹੀਨੇ ਦੇ ਵਿੱਚ ਹੀ ਉਹਨੂੰ ਹੱਦੋਂ ਵੱਧ ਥਕਾਵਟ, ਵੀ ਉਹਨੂੰ ਆਤੀ ਥਕਾਵਟ ਹੀ ਹਰ ਵੇਲੇ ਉਹਨੇ ਕਹੀ ਜਾਣਾ, ਥੱਕ ਗਿਆ ਭਾਈ, ਟੌਨਿਕ ਦਿਓ ਮੈਨੂੰ। ਇਹਨਾਂ ਦੇ ਨਾਲ ਮੈਂ ਤੁਹਾਨੂੰ ਇੱਕ ਜੇ ਸਮਾਂ ਹੋਏ ਦੱਸਣਾ ਚਾਹੁੰਦੀ ਹਾਂ ਕੁਝ ਇੰਪੋਰਟੈਂਟ ਚੀਜ਼ਾਂ, ਕਿ ਕਿਹੜੀਆਂ ਚੀਜ਼ਾਂ ਕੈਂਸਰ ਕਰ ਰਹੀਆਂ ਨੇ, ਜਿਨ੍ਹਾਂ ਚੋਂ ਕੁਝ ਅਸੀਂ ਕਾਰਨ ਲੱਭ ਚੁੱਕੇ ਹੋਏ ਹਾਂ, ਜਿਨ੍ਹਾਂ 'ਚ ਅਹਿਮ ਹੈ ਕਿ ਅਸੀਂ ਜਿਹੜੀਆਂ ਬੇਲੋੜੀਆਂ ਰੇਡੀਏਸ਼ਨ ਕਿਰਨਾਂ, ਇਹ ਹੁਣ ਸਾਬਤ ਹੋਏ ਤੱਥ ਨੇ ਕਿ ਜਿਹੜੀਆਂ ਅਸੀਂ ਟਾਵਰਸ ਦੀ ਗੱਲ ਕਰ ਰਹੇ ਹਾਂ, ਮੋਬਾਈਲ ਟਾਵਰਸ ਘਰਾਂ ਦੇ ਉੱਤੇ ਅਸੀਂ ਪੈਸਿਆਂ ਦੇ ਖਾਤਰ ਲਵਾ ਤਾਂ ਲੈਂਦੇ ਹਾਂ, ਪਰ ਇਹਨਾਂ ਇਲਾਕਿਆਂ ਵਿੱਚ ਬ੍ਰੇਨ ਕੈਂਸਰ ਵੱਧ ਦਿਸਿਆ ਜੇ। ਸੋ ਬੇਲੋੜੀਆਂ ਜਿਹੜੀਆਂ ਸਾਡੇ ਆਲੇ ਦੁਆਲੇ ਐਟਮੋਸਫੇਰਿਕ ਅਸੀਂ ਰੇਡੀਏਸ਼ਨ ਕਿਰਨਾਂ ਜੋ ਅਸੀਂ ਗੁਜ਼ਾਰ ਰਹੇ ਹਾਂ, ਇਹ ਇੱਕ ਵੱਧਦਾ ਜਾਂਦਾ ਕਾਰਨ ਜੀ। ਇਸੇ ਤਰ੍ਹਾਂ ਹਵਾ ਵਿਚਲਾ ਪ੍ਰਦੂਸ਼ਣ, ਜਿਵੇਂ ਮੈਂ ਦੱਸਿਆ ਸੀ ਸਾਡੇ ਕੈਂਸਰ ਵੱਧ ਰਿਹਾ ਹੈ, ਉਹਦਾ ਕਾਰਨ ਇੱਕ ਅਹਿਮ ਇਹ ਵੀ ਹੈ ਕਿ ਅਸੀਂ ਆਪ ਹੀ ਹਵਾ ਵਿੱਚ ਇੰਨਾ ਪ੍ਰਦੂਸ਼ਣ ਕਰ ਛੱਡਿਆ ਜੇ ਕਿ ਉਹ ਸਾਨੂੰ ਕੈਂਸਰ ਵਿੱਚ ਸਾਨੂੰ ਉਹੀ ਚੱਪ ਰਿਹਾ ਜੇ। ਹੁਣ ਇਹਦੇ ਨਾਲ ਕੁਝ ਜੈਨੇਟਿਕ ਸਿੰਡਰੋਮ ਵੀ ਹੁੰਦੇ ਨੇ ਜਿਨ੍ਹਾਂ ਤੋਂ ਅਸੀਂ ਬਚ ਨਹੀਂ ਸਕਦੇ, ਉਹਨਾਂ 'ਚ ਹੋਣਾ ਹੀ ਹੈ। ਪਰ ਜਦੋਂ ਕਿਸੇ ਨੂੰ ਕੈਂਸਰ ਹੋਵੇ ਕਿਸੇ ਹੋਰ ਥਾਂ ਦਾ, ਉਹਦੇ ਲਈ ਰੇਡੀਓਥੈਰੇਪੀ ਕੀਤੀ ਹੋਵੇ, ਉਹਦੇ ਵਿੱਚ ਵੀ ਦਿਮਾਗ ਦੇ ਕੈਂਸਰ ਹੋਣ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਜੇ। ਤੇ ਇੱਕ ਐਕਸਰੇ ਕਿਰਨਾਂ ਵੀ ਜੇ ਬੇਲੋੜੀਆਂ, ਆਪਾਂ ਆਮ ਹੀ, ਮੈਂ ਬੇਨਤੀ ਹੋਈ ਕਰਨਾ ਚਾਹੁੰਦੀ ਹਾਂ, ਮੇਰੇ ਆਪਣੇ ਕੋਲ ਵੀ ਅਸੀਂ ਜਦੋਂ ਦੇਖਦੇ ਹਾਂ ਆਊਟਡੋਰਸ ਵਿੱਚ ਪਹੁੰਚਦੇ ਨੇ ਮਰੀਜ਼, ਧੱਬਾ ਐਕਸਰਿਆਂ ਦਾ ਫੜਿਆ ਹੁੰਦਾ, ਆ ਜੀ ਖੰਘ ਆਈ ਸੀ ਅਸੀਂ ਤਾਂ ਆਪੇ ਕਰਾ ਲਿਆ, ਆ ਜੀ ਇਹਦੀ ਪੀੜ ਸੀ ਬਾਂਹ ਦੀ ਅਸੀਂ ਤਾਂ ਕਰਾ ਲਿਆ, ਲੱਤ ਦੀ ਪੀੜ ਆ ਤਾਂ ਕਰਾ ਲਿਆ। ਸੋ ਬੇਲੋੜੇ ਐਕਸਰੇ ਵੀ ਨਹੀਂ ਕਰਾਉਣੇ ਚਾਹੀਦੇ, ਪਹਿਲਾਂ ਡਾਕਟਰੀ ਸਲਾਹ ਲੈ ਲਈਏ ਕਿ ਇਹਦੀ ਲੋੜ ਵੀ ਹੈ ਐਕਸਰੇ ਦੀ, ਐਵੇਂ ਹੀ ਅਸੀਂ ਕਿਰਨਾਂ ਜੋ ਸਰੀਰ ਤੇ ਪਾ ਰਹੇ ਹਾਂ ਕੈਂਸਰ ਕਰਦੀਆਂ ਨੇ ਜੀ। ਸੋ ਦੂਸਰੀ ਇੱਕ ਸਿਗਰਟ ਨੋਸ਼ੀ, ਜਿਹਨੂੰ ਪਬਲਿਕ ਪਲੇਸ ਤੇ ਅਸੀਂ ਮਨਾ ਤਾਂ ਕਰ ਦਿੱਤਾ ਪਰ ਰੁਕ ਨਹੀਂ ਰਹੀ, ਤਾਂ ਇਹ ਵੀ ਦਿਮਾਗ ਦੇ ਕੈਂਸਰ ਦਾ ਬਹੁਤ ਇੱਕ ਅਹਿਮ ਕਾਰਨ ਬਣਦਾ ਜਾ ਰਿਹਾ। ਮੈਂ ਕੁਝ ਇਲਾਜ ਵਜੋਂ ਜ਼ਰੂਰ ਦੱਸਣਾ ਚਾਹੁੰਦੀ ਹਾਂ ਜੋ ਕਿ ਅਸੀਂ ਕਹਿ ਸਕਦੇ ਹਾਂ ਕਿ ਡਾਕਟਰਾਂ ਵੱਲੋਂ ਮਾਰ ਕੇ ਮਾਰੇ ਗਏ ਨੇ, ਕਿ ਇੰਨੇ ਕਮਾਲ ਦੇ ਇਲਾਜ ਆ ਚੁੱਕੇ ਨੇ। ਸਾਡਾ ਮਕਸਦ ਕਿਸੇ ਨੂੰ ਡਰਾਉਣਾ ਨਹੀਂ ਸੀ ਕਿ ਦਿਮਾਗ ਦੇ ਕੈਂਸਰ ਦੇ ਨਾਂ ਨੂੰ ਪਹਿਲਾਂ ਹੀ ਹਾਰਟ ਅਟੈਕ ਨਾਲ ਮਰ ਜਾਈਏ। ਬਹੁਤ ਕਮਾਲ ਦੇ ਜੋ ਇਲਾਜ ਆਏ ਹੋਏ ਨੇ, ਥੋੜੇ ਜਿਹੇ ਉਹਨਾਂ ਨਾਲ ਸਾਂਝੇ ਕਰਾਂਗੇ। ਕਿ ਇੱਕ ਤਾਂ ਸਾਨੂੰ ਪਤਾ ਹੀ ਹੈ ਕਿ ਟੈਸਟ ਕਰਨੇ ਨੇ, ਬਾਇਓਪਸੀ ਲੈਣੀ ਹੁੰਦੀ ਹੈ, ਉਹ ਤੁਸੀਂ ਕਈ ਵਾਰ ਸਿਰ ਦੇ ਵਿੱਚ ਨਿੱਕਾ ਜਿਹਾ
ਸੁਰਾਖ ਕਰਕੇ ਸੂਈ ਪਾ ਕੇ ਉਹਦੇ ਨਾਲ ਟੈਸਟ ਵੀ ਕਰਨਾ ਪੈਂਦਾ, MRI, ਐਕਸ-ਰੇ, CT ਇਹ ਸਭ ਕਰਾਣੇ ਹੀ ਪੈਂਦੇ ਨੇ। ਪਰ ਇਹਦੇ 'ਚ ਆਪਰੇਸ਼ਨ ਵੀ ਹੁੰਦੇ ਨੇ, ਫਿਰ ਰੇਡੀਓਥੈਰੇਪੀ ਵੀ, ਕੀਮੋਥੈਰੇਪੀ ਵੀ ਜੋ ਕਰਨੀ ਪੈਂਦੀ ਹੈ। ਕਿ ਇਮਿਊਨੋਥੈਰੇਪੀ ਦੱਸਣ ਲੱਗੀ ਹਾਂ, ਬੜੀ ਅਹਿਮ, ਜੋ ਜਿਸਨੇ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਈਆਂ ਨੇ। ਜੀ ਇਹਦੇ ਵਿੱਚ ਅਸੀਂ ਕਰਦੇ ਕੀ ਹਾਂ ਕਿ ਸਰੀਰ ਦੇ ਇਮਿਊਨ ਸਿਸਟਮ ਨੂੰ ਹੀ ਤਗੜਾ ਕਰਦੇ ਹਾਂ ਕਿ ਉਹ ਆਪ ਕੈਂਸਰ ਨਾਲ ਲੜਾਈ ਵਿੱਢ ਸਕੇ। ਇਹਦੇ ਲਈ ਮੈਂ ਇੱਕ ਵੀ ਦਵਾਈ ਦਾ ਜਾਂ ਉਸ ਇਮਿਊਨੋਥੈਰੇਪੀ ਦਾ ਨਾਮ ਨਹੀਂ ਲੈਣਾ, ਕਿਉਂਕਿ ਕਦੇ ਵੀ ਇਹ ਬਿਨਾਂ ਡਾਕਟਰੀ ਸਲਾਹ ਦੇ ਨਹੀਂ ਲੈਣੀ ਚਾਹੀਦੀ। ਬਿਲਕੁਲ ਆਮੋ ਸਾਹਮਣੇ ਡਾਕਟਰ ਕੋਲ ਬਹਿ ਕੇ ਪ੍ਰੋਪਰ ਚੈੱਕਅਪ ਤੋਂ ਬਾਅਦ ਉਹਦੀ ਬਕਾਇਦਾ ਡੋਜ਼ ਕੈਲਕੂਲੇਟ ਹੁੰਦੀ ਜੇ, ਫਿਰ ਹੀ ਦੇਣੀ ਚਾਹੀਦੀ ਹੈ। ਕਿਉਂਕਿ ਜੇ ਉਹ ਘੱਟ ਜਾਂ ਵੱਧ ਹੋ ਗਈ ਤਾਂ ਸਗੋਂ ਆਪ ਜ਼ਹਿਰੀ ਹੋ ਸਕਦੀ ਹੈ। ਸੋ ਕਿਸੇ ਵੀ ਹਾਲ ਵਿੱਚ ਆਪਣੇ ਆਪ ਨਾ ਸ਼ੁਰੂ ਕੀਤੀ ਜਾਵੇ। ਹੁਣ ਇਸੇ ਤਰ੍ਹਾਂ ਇੱਕ ਟਾਰਗੇਟ ਥੈਰੇਪੀ ਹੈ, ਜਿਸ ਵਿੱਚ ਦਿਮਾਗ ਦੇ ਸਿਰਫ ਓਨੇ ਹਿੱਸੇ ਤੇ ਹੀ ਅਸਰ ਕੀਤਾ ਜਾਂਦਾ ਹੈ ਤਾਂ ਕਿ ਬਾਕੀ ਦਿਮਾਗ ਤੇ ਬਿਲਕੁਲ ਅਸਰ ਨਾ ਹੋਵੇ, ਓਨੇ ਨੂੰ ਹੀ ਸਾੜ ਦਿੱਤਾ ਜਾਵੇ ਤਾਂ ਬੰਦਾ ਨਾਰਮਲ ਜ਼ਿੰਦਗੀ ਜੀ ਸਕਦਾ ਹੈ। ਹੁਣ ਫਰਜ਼ ਕਰੋ ਕਈ ਵਾਰ ਅੰਦਰ ਸਿਰ ਦੇ ਪਾਣੀ ਦਾ ਦਬਾਅ, ਕੁਛ ਇਸ ਥਾਂ ਤੇ ਕੈਂਸਰ ਪਿਆ ਜਿੱਥੇ ਅੰਦਰ ਸਿਰ ਦੇ ਅੰਦਰ ਪਾਣੀ ਦਾ ਦਬਾਅ ਵਧਣਾ ਸ਼ੁਰੂ ਹੋ ਗਿਆ, ਉਸ ਕਾਰਨ ਵੀ ਬਹੁਤ ਸਾਰੇ ਲੱਛਣ ਸ਼ੁਰੂ ਹੋ ਜਾਂਦੇ ਨੇ। ਸੋ ਉਹਨਾਂ ਲਈ ਵੀ ਅੱਜ ਕੱਲ੍ਹ ਸ਼ੰਟ ਅਸੀਂ ਪਾ ਦਿੰਦੇ ਹਾਂ, ਜਿਨ੍ਹਾਂ ਨਾਲ ਉਹ ਪਾਣੀ ਕੱਢ ਕੇ ਢਿੱਡ ਦੇ ਅੰਦਰ ਪਹੁੰਚ ਜਾਂਦਾ, ਉਹ ਪਾਈਪ ਉੱਥੋਂ ਪਾ ਦਿੱਤੀ ਜਾਂਦੀ ਹੈ। ਸੋ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ, ਜਾਂ ਕੁਝ ਕਿਸਮ ਦੀਆਂ ਦਵਾਈਆਂ ਨੇ ਜਿਨ੍ਹਾਂ ਨੂੰ ਅਸੀਂ ਦਾਖਲ ਕਰਕੇ ਵੀ ਦਿੱਤਾ ਜਾਂਦਾ, ਜੋ ਇਹੋ ਜਿਹਾ ਪ੍ਰੈਸ਼ਰ ਘਟਾ ਸਕਦਾ ਜੀ। ਇੱਕ ਜੋ ਤੁਸੀਂ ਜਿਵੇਂ ਬਚ ਗਏ ਹੋ, ਇਲਾਜ ਹੋ ਚੁੱਕਾ, ਉਸ ਤੋਂ ਬਾਅਦ ਆਮ ਤੌਰ ਤੇ ਅਸੀਂ ਸਮਝ ਲੈਂਦੇ ਹਾਂ ਬੰਦਾ ਨਕਾਰਾ ਹੋ ਗਿਆ, ਇਹਦੀ ਕੋਈ ਲੋੜ ਨਹੀਂ। ਇਹੋ ਜਿਹਾ ਕੰਮ ਨਾ ਕਰੋ, ਬਹੁਤ ਸਾਰਥਕ ਜ਼ਿੰਦਗੀ ਜੀ ਸਕਦਾ। ਉਹਦੇ ਲਈ ਕੁਝ ਅਹਿਮ ਚੀਜ਼ਾਂ ਕਰਨ ਦੀ ਲੋੜ ਏ। ਉਹਨੇ ਸਭ ਤੋਂ ਪਹਿਲਾਂ ਆਪਣੇ ਪੱਠਿਆਂ ਦੀ ਤਾਕਤ ਬਣਾਉਣ ਲਈ ਰੈਗੂਲਰ ਕਸਰਤ ਦੀ ਲੋੜ ਏ, ਤਾਂ ਕਿ ਉਸ ਬੰਦੇ ਦੇ ਜਿੰਨੀ ਵੀ ਦੇਰ ਇਲਾਜ ਦੇ ਦੌਰਾਨ ਜੋ ਵੀ ਸਾਰਾ ਕੁਝ ਹੋਇਆ, ਸਰੀਰ ਦੀ ਕਮਜ਼ੋਰੀ ਹੋਈ, ਉਹਨੂੰ ਵਾਪਸ ਨਾਰਮਲ ਜ਼ਿੰਦਗੀ ਵਿੱਚ ਲਿਆਉਣ ਲਈ ਰੈਗੂਲਰ ਐਕਸਰਸਾਈਜ਼ ਬਹੁਤ ਅਹਿਮ ਹੈ। ਉਹਦੇ ਲਈ ਫਿਜ਼ੀਓਥੈਰੇਪੀ ਕੋਲ ਜਾ ਸਕਦੇ ਹੋ ਤੁਸੀਂ, ਡਾਕਟਰੀ ਸਲਾਹ ਨਾਲ ਆਪਣੀ ਰੈਗੂਲਰ ਪੱਠਿਆਂ ਦੀ, ਮਸਲਸ ਦੀ ਕਸਰਤ ਜ਼ਰੂਰੀ ਹੁੰਦੀ ਜੇ। ਹੁਣ ਇਹਦੇ ਨਾਲ ਇੱਕ ਇਸ ਵੇਲੇ ਜੋ ਸਾਡੀ ਵਿਸ਼ਵ ਸਿਹਤ ਸੰਸਥਾ ਨੇ ਕਿਹਾ ਕਿ ਜਿਹੜੇ ਇਸ ਤਰ੍ਹਾਂ ਦੇ ਕੇਸ ਜੋ ਬਚ ਗਏ ਨੇ, ਜਿਨ੍ਹਾਂ ਦੇ ਕੋਈ ਨਾ ਕੋਈ ਯਾਨੀ ਰਹਿ ਗਿਆ ਕੁਛ ਅਸਰ, ਸਾਈਡ ਇਫੈਕਟਸ ਜੀ, ਜਾਂ ਕੋਈ ਪਾਸੇ ਦੀ ਕਮਜ਼ੋਰੀ ਜਾਂ ਕੁਛ ਜਿਹੜੀ ਰਹਿ ਚੁੱਕੀ ਹੈ, ਉਹਨਾਂ ਲਈ ਨੌਕਰੀ ਮੁਹੱਈਆ ਕਰਵਾਉਣ ਦੀ ਲੋੜ ਹੈ, ਉਹਨਾਂ ਨੂੰ ਕਮਾਈਯੋਗ ਸਾਧਨ ਦੇਣ ਦੀ ਲੋੜ ਹੈ। ਵਿਸ਼ਵ ਪੱਧਰ ਤੇ ਇਹ ਹੋ ਰਿਹਾ ਜੇ ਸਾਡੇ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਇੰਨਾ ਕੀ ਕਿਸੇ ਦੇ ਦਿਮਾਗ ਅੰਦਰ ਆ ਜਾਏ, ਕਿਸੇ ਸਾਡੇ ਸਿਆਸਤਦਾਨ ਜੋ ਦਾਰਸ਼ਨਿਕ ਹੋਣ, ਜਿਨ੍ਹਾਂ ਨੂੰ ਇਸ ਪਾਸੇ ਵੱਲ ਰੱਤੀ ਮਾਸਾ ਗੌਰ ਕਰਨ ਦਾ ਸਮਾਂ ਮਿਲ ਜਾਏ, ਤਾਂ ਜਿੱਥੇ ਅਸੀਂ ਇੰਨੀਆਂ ਬੇਤਹਾਸ਼ਾ ਰਿਜ਼ਰਵੇਸ਼ਨਾਂ ਰੱਖੀਆਂ ਨੇ, ਛੱਡ ਦਿਓ, ਮੈਂ ਸਰਕਾਰੀ ਨੌਕਰੀ ਦੀ ਗੱਲ ਹੀ ਨਹੀਂ ਕਰ ਰਹੀ, ਕਿਸੇ ਵੀ ਥਾਂ ਤੇ ਇਹਨਾਂ ਨੂੰ ਮਾਲੀ ਮਦਦ ਦੇ ਕੇ ਕਿਤੇ ਉਸ ਯੋਗਾ ਬਣਾ ਦਈਏ ਕਿ ਆਪਣੀ ਇਹ ਕਰ ਸਕਣ, ਜਾਂ ਕੋਈ NGO, ਕੋਈ ਸੰਸਥਾ ਇਹਨਾਂ ਵੱਲ ਵੀ ਗੌਰ ਕਰੇ, ਕਿਉਂਕਿ ਇਹਨਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਇਹਨਾਂ ਨੂੰ ਵਾਪਸ ਨਾਰਮਲ ਜ਼ਿੰਦਗੀ 'ਚ ਲਿਆਉਣ ਦੀ ਲੋੜ ਹੈ। ਸਾਡੇ ਬਹੁਤ ਸੂਝਵਾਨ ਨੇ NRI ਵੀਰ, ਜੋ ਵੀਰਾਂ ਭੈਣਾਂ ਨੇ, ਜਿਨ੍ਹਾਂ ਨੇ ਨਿੱਕੀ ਨਿੱਕੀ ਗੱਲ ਤੇ ਲੋੜਵੰਦਾਂ ਲਈ ਇੱਥੇ ਲੱਖਾਂ ਡਾਲਰ ਭੇਜ ਦਿੱਤੇ। ਮੇਰਾ ਖਿਆਲ ਹੈ ਜੋ ਆਪਣੇ ਪੱਧਰ ਤੇ, ਬਹੁਤ ਸਾਰੇ ਉਹਨਾਂ 'ਚ ਡਾਕਟਰਸ ਵੀ ਨੇ, ਬਿਜ਼ਨਸਮੈਨ ਵੀ ਨੇ, ਜਿਹੜੇ ਆਪਣੇ ਪੱਧਰ ਤੇ ਆਰਗੇਨਾਈਜ਼ ਬਹੁਤ ਸਾਰੇ ਕੈਂਪਸ ਕਰਦੇ ਨੇ। ਕਿਤੇ ਜੇ ਇਹੋ ਜਿਹਾ ਵੀ ਉਹ ਸ਼ੁਰੂ ਕਰ ਦੇਣ ਕਿ ਸਰਵਾਈਵਰ, ਜੋ ਕੈਂਸਰ ਸਰਵਾਈਵਰਸ ਲਈ ਕਿਵੇਂ ਉਹਨਾਂ ਦੀ ਸਪੋਰਟ ਸਿਸਟਮ ਬਣਨਾ, ਬਹੁਤ ਇਹ ਵੀ ਵੱਡੀ ਗੱਲ ਹੋਏਗੀ। ਸਪੀਚ ਥੈਰੇਪੀ ਇਹਨਾਂ ਨੂੰ ਦੇਣ ਦੀ ਲੋੜ ਪੈ ਜਾਂਦੀ ਹੁੰਦੀ ਹੈ। ਕਈਆਂ ਦਾ ਸਤਲਾਉਣਾ, ਕਈਆਂ ਦਾ ਇਸ ਤਰ੍ਹਾਂ ਦੀ, ਉਹ ਵੀ ਕਈ ਵਾਰ 10-10 ਹਜ਼ਾਰ ਰੁਪਏ ਮਹੀਨੇ ਤੇ ਇਹ ਹੁੰਦਾ, ਜੋ ਕਿ ਉਸ ਸਮੇਂ ਬੰਦੇ ਦੀ ਹਾਲਤ ਹੀ ਨਹੀਂ ਰਹਿੰਦੀ ਹੋਗੀ। ਸੋ ਇਸ ਪਾਸੇ ਵੀ ਇਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ, ਜੋ ਸੰਸਥਾ ਬਣੇਗੀ ਕਿ ਇਹਨਾਂ ਦੀ ਸਪੀਚ ਥੈਰੇਪੀ ਕੀਤੀ ਜਾ ਸਕੇ। ਹੁਣ ਸਕੂਲੀ ਬੱਚਿਆਂ ਵਿੱਚ ਜਿਨ੍ਹਾਂ ਨੂੰ ਇਹ ਕੈਂਸਰ ਹੋਵੇ ਜੀ, ਮਾਂ ਪਿਓ ਦੀ ਸਾਰੀ ਉਮਰ ਦੀ ਕਮਾਈ ਤਾਂ ਉੱਥੇ ਹੀ ਲੱਗ ਜਾਂਦੀ ਹੈ, ਘਰ-ਬਾਰ ਵਿਕਣ ਤੱਕ ਆ ਜਾਂਦਾ। ਉਹਨਾਂ ਦੇ ਵੀ ਭੁੱਲ ਜਾਣ ਦਾ, ਯਾਦਾਸ਼ਤ ਘਟਣ ਦੀਆਂ ਇਹ ਲੱਛਣ ਕਈ ਵਾਰ ਉਮਰ ਭਰ ਰਹਿ ਜਾਂਦੇ ਨੇ। ਉਹਦੇ ਲਈ ਵੀ ਸਪੋਰਟ ਸਿਸਟਮ ਦੀ ਲੋੜ ਹੈ। ਉਹਨਾਂ ਨੂੰ ਰੈਗੂਲਰ ਜਿਸ ਤਰੀਕੇ ਦੀ ਬ੍ਰੇਨ ਐਕਸਰਸਾਈਜ਼ ਉਹਨਾਂ ਨੂੰ ਕਰਵਾਉਣੀਆਂ ਹੁੰਦੀਆਂ ਜੇ, ਉਹਦੇ ਲਈ ਵੀ ਪੈਸਿਆਂ ਦੀ ਲੋੜ ਇਹਨਾਂ ਨੂੰ ਪੈਂਦੀ ਹੈ। ਉਹ ਵੀ ਇਹੀ NGO ਰਾਹੀਂ ਹੀ ਹੋ ਸਕਣਗੇ। ਹੁਣ ਇੱਕ ਜੋ ਅਹਿਮ ਚੀਜ਼ ਦੱਸਣਾ ਚਾਹੁੰਦੀ ਹਾਂ, ਜਿਹਦੇ 'ਚ ਸ਼ਾਇਦ
ਕਿਸੇ ਨੂੰ ਨਾ ਅੰਦਾਜ਼ਾ ਹੋਵੇ ਕਿ ਜਿਹੜੀ ਪੀੜ ਹੁੰਦੀ ਜੇ ਨਾ, ਬਹੁਤ ਤਿੱਖੀ ਬਰਦਾਸ਼ਤ ਤੋਂ ਬਾਹਰ ਕੈਂਸਰ ਦੀ ਪੀੜ ਸਾਨੂੰ ਪਤਾ ਹੀ ਹੈ। ਹੂੰ। ਪਰ ਅਸੀਂ ਦੇਖ ਚੁੱਕੇ ਹਾਂ, ਸਾਬਤ ਕਰ ਚੁੱਕੇ ਹਾਂ, ਕੁਝ ਕਿਸਮ ਦੇ ਮਧੁਰ ਸੰਗੀਤ ਜਾਂ ਯੋਗ ਕਰਨ ਨਾਲ ਜਾਂ ਐਕਿਊਪੰਕਚਰ ਜਾਂ ਐਕਿਊਪ੍ਰੈਸ਼ਰ ਵੀ ਇਹ ਚੀਜ਼ਾਂ ਦਾ ਅਸਰ ਦੇਖਿਆ ਗਿਆ ਹੈ। ਜੀ। ਮੈਂ ਇਹਨਾਂ ਪੈਥੀਜ਼ ਦੇ ਵਿੱਚ ਨਹੀਂ ਹਾਂ, ਪਰ ਮੈਂ ਸਿਜਦਾ ਕਰਦੀ ਹਾਂ ਹਰ ਕਿਸਮ ਦੀ ਪੈਥੀ ਜਿਹੜੀ ਕਿਸੇ ਵੀ ਕਿਸੇ ਮਨੁੱਖ ਦੇ ਕੰਮ ਆ ਸਕੇ ਜਾਂ ਮਨੁੱਖੀ ਫਾਇਦੇ ਲਈ ਵਰਤੀ ਜਾ ਸਕਦੀ ਹੋਵੇ, ਉਹਦਾ ਜ਼ਰੂਰ ਖੁੱਲ ਕੇ ਪ੍ਰਚਾਰ ਕਰਨਾ ਚਾਹੀਦਾ। ਜੀ। ਸੋ ਮਧੁਰ ਸੰਗੀਤ ਸਾਨੂੰ ਇਸ ਕਦਰ ਦਿਮਾਗ ਨੂੰ ਜਕੜ ਕੇ ਆਪਣੇ ਵੱਲ ਲਿਜਾ ਸਕਦਾ ਕਿ ਤਿੱਖੀ ਤੋਂ ਤਿੱਖੀ ਪੀੜ ਵੀ ਸਾਨੂੰ ਘੱਟ ਹੋ ਜਾਂਦੀ ਹੈ। ਇਹਦਾ ਜ਼ਰੂਰ ਖਿਆਲ ਰੱਖੀਏ ਇਹਦੇ ਪਾਸੇ। ਇਸੇ ਤਰ੍ਹਾਂ ਯੋਗ ਧਿਆਨ ਨਾਲ ਲਾਉਣ ਨਾਲ ਕਿ ਹਾਂ ਮੈਂ ਕਿਤੇ ਹੋਰ ਮੇਰੇ ਜੇ ਪੀੜ ਹੋ ਰਹੀ ਹੈ ਤਾਂ ਮੇਰੀ ਬਰਦਾਸ਼ਤ ਦੀ ਹੱਦ ਤੈਅ ਕੀਤੀ ਜਾ ਰਹੀ ਹੈ ਤੇ ਮੈਂ ਇਸ ਨਾਲ ਹਰ ਹਾਲ 'ਚ ਇਸ ਜੰਗ ਨਾਲ ਵਿੱਢਣਾ ਤੇ ਜਿੱਤਣਾ ਵੀ ਹੈ। ਜੋ ਇਹੋ ਜਿਹੀ ਸੋਚ ਤੁਹਾਡੇ ਅੰਦਰ ਪੈਦਾ ਹੁੰਦੀ ਹੈ, ਪੋਜ਼ਿਟਿਵਿਟੀ, ਉਹ ਅਸੀਂ ਦੇਖਿਆ ਕਿ ਕਈਆਂ ਨੂੰ ਜਿਨ੍ਹਾਂ ਨੂੰ ਦਿਨ 'ਚ 4-4 ਵਾਰ ਨਸ਼ੇ ਦੇ ਟੀਕੇ ਲਾਣੇ ਪੈਂਦੇ ਨੇ ਦਰਦ ਦੇ, ਉਹ ਆਪਣੇ ਆਪ ਹੀ ਕਹਿਣ ਲੱਗ ਜਾਂਦੇ ਨੇ ਨਹੀਂ ਜੀ ਮਹਿਸੂਸ ਹੀ ਨਹੀਂ ਹੋ ਰਹੀ, ਛੱਡੋ ਪਰਾਂ ਕੀ ਲਵਾਉਣਾ। ਤਾਂ ਇਹ ਤੁਸੀਂ ਆਪਣੇ ਮਨ ਨੂੰ ਜਿੰਨਾ ਸਟਰੋਂਗ ਕਰ ਸਕੋਗੇ ਓਨਾ ਹੀ ਅਸੀਂ ਇਸ ਜੰਗ ਨੂੰ ਵਿੱਢ ਸਕਾਂਗੇ। ਤੇ ਇੱਕ ਟੱਬਰ ਨਾਲ ਸਾਂਝ, ਜਿੰਨਾ ਅਸੀਂ ਸਪੋਰਟਿੰਗ ਫੈਮਿਲੀ ਹੋਵੇ, ਸਪੋਰਟਿੰਗ ਫਰੈਂਡਸ ਹੋਣ, ਨਾ ਕਿ ਸਿਰਫ ਫੇਸਬੁੱਕਾਂ ਤੇ ਜਾਂ ਵਟਸਐਪਾਂ ਤੇ ਇੱਕ ਰਿਪ ਦੀ ਉਡੀਕ ਕਰਦੇ ਹੁਣ RIP ਹੀ ਲਿਖਣਾ ਹੈ, ਉਹਦੀ ਥਾਂ ਤੇ ਜੇ ਮਿਲਣ ਗਿਲਣ ਪਿਆਰ ਮੁਹੱਬਤ ਇਹ ਸੋਚ ਕੇ ਕਿ ਸਮਾਂ ਸਾਡੇ ਤੇ ਵੀ ਆ ਸਕਦਾ ਕਿ ਸਾਨੂੰ ਪਸੰਦ ਹੋਏਗਾ ਕਿ ਸਾਡੇ ਉੱਥੇ ਕੋਈ ਵੀ ਨਾ ਆਵੇ ਤੇ ਰਿਪ ਰੁਪ ਕਰਕੇ ਹੀ ਵਿਹਲੇ ਹੋ ਜਾਣ। ਤਾਂ ਜੇ ਨਹੀਂ ਤਾਂ ਫਿਰ ਅਸੀਂ ਆਪ ਇਹਦਾ ਹਿੱਸਾ ਬਣੀਏ, ਹਰ ਇੱਕ ਨਾਲ ਜਿਉਂਦੇ ਹੋਣ ਦਾ ਸਬੂਤ ਦੇ ਦਈਏ। ਇੱਕ ਆਖਰੀ ਅੰਤ ਵਾਲੀ ਗੱਲ ਜ਼ਰੂਰ ਜੇ ਇਜਾਜ਼ਤ ਦਿਓ ਵੀ ਕਹਿ ਦਿਓ। ਜੀ ਮੈਮ, ਸਾਡੇ ਕੋਲ ਸਮਾਂ ਵੈਸੇ ਬਿਲਕੁਲ ਵੀ ਨਹੀਂ ਹੈ, ਪਰ ਫਿਰ ਵੀ ਤੁਸੀਂ ਜਾਂਦੇ ਜਾਂਦੇ ਕਹਿ ਸਕਦੇ ਹੋ। ਆਖਰੀ ਸਿਰਫ ਇੱਕੋ ਹੀ ਸਤਰ ਕਹਿਣਾ ਚਾਹੁੰਦੀ ਹਾਂ, ਉਹ ਇਹ ਕਿ ਆਮ ਤੌਰ ਤੇ ਪੁੱਛਿਆ ਜਾਂਦਾ ਜੇ ਬ੍ਰੇਨ ਕੈਂਸਰ ਹੋ ਗਿਆ ਤਾਂ ਜ਼ਿੰਦਗੀ ਕਿੰਨੀ ਹੈ। ਦੇਖੋ ਜੇ ਅਰਲੀ ਸਟੇਜ ਵਿੱਚ ਇਹ ਲੱਭ ਲਿਆ ਜਾਵੇ ਤਾਂ ਤੁਸੀਂ ਲੰਮੀ ਜ਼ਿੰਦਗੀ ਜੀ ਸਕਦੇ ਹੋ, ਪਰ ਜਿਵੇਂ ਜਿਵੇਂ ਅਸੀਂ ਲੇਟ ਕਰ ਸਕਦੇ ਹਾਂ ਫਿਰ ਇਹ ਛਾਤੀ 'ਚ, ਅੰਤੜੀਆਂ 'ਚ, ਗੁਰਦੇ 'ਚ, ਫੇਫੜਿਆਂ 'ਚ, ਚਮੜੀ 'ਚ, ਇਹ ਹਰ ਪਾਸੇ ਫੈਲ ਜਾਂਦਾ ਜੇ ਫਿਰ ਜ਼ਿੰਦਗੀ ਬਹੁਤ ਥੋੜੀ, ਕਈਆਂ ਦੇ 3 ਮਹੀਨੇ, ਕਈਆਂ ਦੇ 6 ਮਹੀਨੇ, ਕਈਆਂ ਨੂੰ ਤਾਂ ਸਾਨੂੰ ਕਹਿਣਾ ਪੈਂਦਾ 15 ਹੀ ਦਿਨ ਨੇ। ਪਰ ਜੇ 15 ਤੋਂ 39 ਸਾਲ ਦੀ ਉਮਰ ਵਿੱਚ ਹੈ ਤਾਂ 97% ਲੋਕ 5 ਸਾਲ ਦੀ ਬਹੁਤ ਵਧੀਆ ਜ਼ਿੰਦਗੀ ਜੀ ਸਕਦੇ ਨੇ, ਬਸ਼ਰਤੇ ਅਸੀਂ ਇਹ ਲੱਛਣ ਛੇਤੀ ਪਛਾਣ ਲਈਏ। ਸੋ ਕਿਰਪਾ ਕਰਕੇ ਪਲੀਜ਼ ਇਹ ਲੱਛਣਾਂ ਨਾਲ ਜ਼ਰੂਰ ਧਿਆਨ ਨਾਲ ਦੂਜਿਆਂ ਨਾਲ ਵੀ ਸਾਂਝੇ ਕਰੋ ਤਾਂ ਕਿ ਉਹਨਾਂ ਨੂੰ ਸਮਝ ਆ ਸਕੇ ਅਸੀਂ ਜ਼ਿੰਦਗੀ ਬਚਾ ਰਹੇ ਹਾਂ। ਜੀ ਮੈਮ, ਤੇ ਮੈਮ ਤੁਹਾਡਾ ਬਹੁਤ ਧੰਨਵਾਦ। ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਉਮੀਦ ਕਰਾਂਗੇ ਕਿ ਦਰਸ਼ਕਾਂ ਨੂੰ ਅੱਜ ਦਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਜੇਕਰ ਤੁਸੀਂ ਵੀ ਅਜਿਹੀ ਕਿਸੇ ਬਿਮਾਰੀ ਦੇ ਨਾਲ ਪੀੜਤ ਹੋ ਤਾਂ ਕਿਰਪਾ ਕਰਕੇ ਇਹਨਾਂ ਲੱਛਣਾਂ ਬਾਰੇ ਤੁਸੀਂ ਜ਼ਰੂਰ ਧਿਆਨ ਦੇਣਾ, ਆਪਣੀ ਖੁਰਾਕ ਨੂੰ ਬੇਹੱਦ ਵਧੀਆ ਰੱਖਣਾ ਤਾਂ ਕਿ ਉਸ ਚੀਜ਼ ਤੋਂ ਅਸੀਂ ਉਮੜ ਸਕੀਏ, ਕਿਉਂਕਿ ਦਵਾਈਆਂ ਆਪਣਾ ਕੰਮ ਤਾਂ ਹੀ ਕਰਨਗੀਆਂ ਜੇ ਅਸੀਂ ਖੁਰਾਕ ਹੈ ਜਿਹੜੀ ਉਹ ਵਧੀਆ ਲਵਾਂਗੇ। ਸੋ ਇਸ ਪ੍ਰੋਗਰਾਮ ਦੇ ਬਾਬਤ ਕੋਈ ਸਵਾਲ ਜਾਂ ਸੁਝਾਅ ਹੁੰਦਾ ਉਹ ਤੁਸੀਂ ਸਾਨੂੰ YouTube ਤੇ Facebook ਦੇ ਜ਼ਰੀਏ ਕਮੈਂਟ ਦੇ ਜ਼ਰੀਏ ਦੱਸ ਸਕਦੇ ਹੋ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੀ। ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ ਦੇ ਵਿੱਚ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।